ਆਬਾਦੀ ਨੂੰ ਜਿਹੜਾ ਹੈਗਾ ਆ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਆਬਾਦੀ ਬੋਝ ਨਹੀਂ ਹੈਗੀ, ਜ਼ਿਆਦਾ ਆਬਾਦੀ ਬੋਝ ਨਹੀਂ ਹੈ, ਇਸ ਗੱਲ ਦਾ ਇੱਕ ਤੁਸੀਂ ਗੱਲ ਕਹਿ ਰਹੇ ਸੀ ਵੀ ਜਿਹੜੀ ਜ਼ਿਆਦਾ ਜਿਹੜੇ ਸੋਰਸਿਸ ਹੈਗੇ ਨੇ ਉਹ ਥੋੜੇ ਪਰਸੈਂਟੇਜ ਯੂਜ਼ ਕਰਦੇ ਨੇ, ਕੁਛ ਬੰਦੇ ਸਾਰਾ ਜਿਹੜੇ ਸੋਰਸਿਸ ਹੈਗੇ ਯੂਜ਼ ਕਰਦੇ, ਬਾਕੀ ਨੂੰ ਆਪਾਂ ਕੁਛ ਨਹੀਂ ਮਿਲਦਾ। ਤਾਂ ਇਹ ਜਿਹੜਾ ਹੈਗਾ ਬੈਲੈਂਸ ਜਿਹੜਾ ਆਪਾਂ ਇਹਨੂੰ, ਕਿਉਂਕਿ ਅੱਜ ਆਪਾਂ ਆਮ ਬੰਦੇ ਕੋਲ ਇਹੀ ਵਿਚਾਰ ਉਹਦਾ ਹੁੰਦਾ ਵੀ ਜਿਹੜੀ ਆਬਾਦੀ ਇੱਕ ਬੋਝ ਹੈ, ਜ਼ਿਆਦਾ ਆਬਾਦੀ ਆਪਣੇ ਤੇ ਆਪਣੀ ਇੱਕ ਪ੍ਰੋਬਲਮ ਹੈਗੀ ਆ। ਆਮ ਬੰਦੇ ਕਹਿੰਦੇ ਸੁਣੇ ਜਾਂਦੇ ਵੀ ਇੱਕ ਪਾਪੂਲੇਸ਼ਨ, ਇੱਕ ਕਰਪਸ਼ਨ, ਇਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਆਪਣੇ ਤਰੱਕੀ ਨੂੰ ਮਤਲਬ ਪਿੱਛੇ ਲੈ ਜਾਂਦੀਆਂ ਨੇ। ਵੀ ਇਹਦੇ ਵਾਸਤੇ ਤੁਸੀਂ ਕੁਝ ਉਲਟ ਕਹਿ ਰਹੇ ਸੀ, ਇਹਦੇ ਮਤਲਬ ਇਹਦੇ ਤੇ ਥੋੜਾ ਜਿਹਾ ਜੇ ਚਾਨਣਾ ਦੁਬਾਰਾ ਪਾ ਦੋ ਤਾਂ ਬਹੁਤ ਮੈਂ ਧੰਨਵਾਦ। ਦੁਬਾਰਾ ਰਿਪੀਟ ਕਰ ਦੇਣਾ, ਹੋਰ ਕੋਈ ਲੈ ਲਓ ਸਵਾਲ, ਲੈ ਲਓ, ਕਿੱਥੇ ਲੈ ਲਓ ਸਵਾਲ, ਇਕੱਠੇ ਕਰ ਲਾਂਗੇ। ਹਾਂਜੀ ਹਾਂਜੀ ਹਾਂਜੀ, ਬਲਜਿੰਦਰ ਸਿੰਘ ਜੀ ਗੁੰਨੇਪੁਰ। ਹਾਂਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ੍ਰੀ ਅਕਾਲ ਜੀ। ਸਰ, ਡਾਕਟਰ ਸਾਹਿਬ ਨੇ ਜਿੱਦਾਂ ਦੱਸਿਆ ਵੀ ਵੱਧਦੀ ਆਬਾਦੀ ਜਿਹੜੀ ਆ ਇਹ ਕੋਈ ਸਮੱਸਿਆ ਨਹੀਂ ਗੀ ਸਰ। ਜਿੱਦਾਂ ਜੇ ਬੱਚੇ ਵੱਧ ਹੋਣਗੇ ਤੇ ਉਹਨਾਂ ਨੂੰ ਪੜ੍ਹਾਈ ਦੇ ਘੱਟ ਮੌਕੇ ਮਿਲਣਗੇ। ਅੱਜ ਕੱਲ ਸਿੱਖਿਆ ਬੜੀ ਮਹਿੰਗੀ ਆ, ਸਿਹਤ ਲਈ ਸਹੂਲਤਾਂ ਜਿਹੜੀਆਂ ਉਹ ਬੜੀਆਂ ਮਹਿੰਗੀਆਂ ਵਾ, ਤੇ ਜੇ ਉਹ ਬੱਚੇ ਤੁਹਾਡੇ ਘੱਟ ਹੋਣਗੇ, ਇੱਕ ਜਾਂ ਦੋ ਆ, ਤੁਸੀਂ ਬੱਚਿਆਂ ਨੂੰ ਵਧੀਆ ਸਕੂਲ 'ਚ, ਚੰਗੇ ਯੂਨੀਵਰਸਿਟੀਆਂ 'ਚ ਚੰਗੇ ਕੋਰਸ ਕਰਾ ਸਕਦੇ ਹੋ, ਸਿਹਤ ਸਹੂਲਤਾਂ ਲਈ ਉਹਨਾਂ ਦਾ ਵਧੀਆ ਇਲਾਜ ਕਰਾ ਸਕਦੇ ਆ। ਤੇ ਜੇ ਸਾਡੇ ਬੱਚੇ ਹੀ ਇੰਨੇ ਹੋਣਗੇ, ਜ਼ਿਆਦਾ ਹੋਣਗੇ, ਤੇ ਉਹ ਅਸੀਂ ਵਧੀਆ ਐਜੂਕੇਸ਼ਨ ਦੇ ਪਾਵਾਂਗੇ, ਸਾਡੀ ਜ਼ਮੀਨ ਵੀ ਹੋਰ ਛੋਟੇ ਹਿੱਸਿਆਂ 'ਚ ਵੰਡੀ ਜਾਊਗੀ। ਤੇ ਇੱਥੇ ਮੈਂ ਥੋੜਾ ਡਿਟੇਲਣਾ ਚਾਹੁੰਦਾ ਸੀ ਵੀ ਇਹਦਾ ਕੀ ਕਾਰਨ ਆ। ਵੀ ਬਿਲਕੁਲ ਠੀਕ ਗੱਲ ਜੀ, ਅੱਗੇ ਹੋਰ ਲੈ ਲਓ ਕੁਝ, ਮੈਂ ਦਿੰਨੇ ਜਵਾਬ। ਹਾਂਜੀ, ਹੋਰ ਜੀ ਕਿਸੇ ਵੀਰ ਦਾ ਸਵਾਲ? ਹਾਂਜੀ, ਬਹੁਤ ਸਾਰੇ ਵੀਰ ਜੁੜੇ ਹੋਏ ਨੇ। ਜੇ ਮਨ 'ਚ ਕੋਈ ਹੈ ਕਹਿੰਦੇ ਸ਼ੰਕਾ ਜੋ ਡਾਕਟਰ ਸਾਹਿਬ ਨੇ ਗੱਲਾਂ ਕੀਤੀਆਂ? ਚਲੋ ਡਾਕਟਰ ਸਾਹਿਬ। ਹਾਂਜੀ, ਸੁਖਵਿੰਦਰ ਸਿੰਘ ਜੀ ਬਾਠ। ਡਾਕਟਰ ਮਾਨ ਹੈ? ਹਾਂ, ਉਹ ਵੀ ਹੈਗੇ ਜੀ। ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੁਖਵਿੰਦਰ ਸਿੰਘ ਜੀ। ਹਾਂਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਡਾਕਟਰ ਸਾਹਿਬ, ਪਿਛਲੇ ਸਮੇਂ ਦੇ ਵਿੱਚ ਜਿਹੜਾ ਰਾਜਿਆਂ ਦਾ ਰਾਜ ਸੀ, ਮੇਰਾ ਖਿਆਲ ਦੇ ਵਿੱਚ ਉਹ ਜ਼ਿਆਦਾ ਵਧੀਆ ਸੀਗਾ। ਜਿਹੜਾ ਸਾਨੂੰ ਲੋਕਤੰਤਰ ਰਾਜ ਦਿੱਤਾ ਨੇ, ਪੈਸੇ ਦੇ ਨਾਲ ਹੀ ਬੰਨ੍ਹਤੀ ਸਾਰੀ ਦੁਨੀਆ, ਤੇ ਅਸੀਂ ਪੈਸੇ ਦੇ ਦੁਆਲੇ ਘੁੰਮਦਿਆਂ ਨੇ ਆਪਣੇ ਪਰਿਵਾਰ, ਆਪਣੀ ਸਿਹਤ, ਆਪਣਾ ਸਮਾਜ, ਵਾਤਾਵਰਨ ਸਾਰਾ ਕੁਝ ਖਰਾਬ ਕਰ ਲਿਆ। ਤੇ ਦੇਖੋ ਹੁਣ ਅਸੀਂ ਬੱਚੇ, ਪਿੱਛੇ ਜਿਹਾ ਸਵਾਲ ਕੀਤਾ ਵੀਰ ਨੇ ਕਿ ਜ਼ਿਆਦਾ ਬੱਚੇ ਹੋ ਜਾਣਗੇ ਤੇ ਅਸੀਂ ਉਹਨਾਂ ਨੂੰ ਪੜ੍ਹਾਵਾਂ ਲਿਖਾਵਾਂਗੇ ਕਿਵੇਂ, ਉਹਨਾਂ ਦਾ ਕੀ ਕਰਾਂਗੇ? ਤੇ ਬੱਚੇ ਇਕੱਲੇ ਢਿੱਡ ਵੀ ਲੈ ਕੇ ਆਉਂਦੇ, ਨਾਲ ਦੋ ਹੱਥ ਵੀ ਲੈ ਕੇ ਆਉਣ। ਤੇ ਜੇਕਰ ਮਤਲਬ ਜ਼ਿਆਦਾ ਬੱਚੇ ਹੋਣ, ਹੱਥ ਵੀ ਨਾਲ ਆਉਣਗੇ, ਉਹਨਾਂ ਨੇ ਅੱਗੇ ਜਾ ਕੇ ਤਰੱਕੀ ਕਰਨੀ ਆ, ਉਹਨਾਂ ਨੇ ਅੱਗੇ ਜਾ ਕੇ ਪ੍ਰੋਗਰੈਸ ਹੀ ਕਰਨੀ ਆ। ਉਹ ਮਤਲਬ ਵਾਧੇ ਵਾਲੇ ਪਾਸੇ ਜਾਵਾਂਗੇ, ਕੋਈ ਘਾਟੇ ਵਾਲੇ ਪਾਸੇ ਨਹੀਂ ਜਾਵਾਂਗੇ। ਸਾਡਾ ਮਤਲਬ ਮਾਈਂਡ ਸੈਟ ਏਦਾਂ ਦਾ ਬਣਾਤਾ, ਸਾਨੂੰ ਐਜੂਕੇਸ਼ਨ ਏਦਾਂ ਦੀ ਦੇਤੀ ਕਿ ਸਾਡੇ ਵਿੱਚੋਂ ਇਹ ਚੀਜ਼ਾਂ, ਇਹ ਡਰ ਜਿਹੜਾ ਇਨ ਫਿਊਚਰ ਦਾ ਡਰ ਸਾਨੂੰ ਦਿਖਾ ਕੇ ਜਿਹੜਾ ਸਾਡਾ ਪ੍ਰੈਜੈਂਟ ਵੀ ਖਰਾਬ ਕਰ ਦਿੱਤਾ। ਤੇ ਮੈਨੂੰ ਲੱਗਦਾ ਵੀ ਬਾਕੀ ਤੁਹਾਡੀ ਰਾਏ ਨਾਲ ਬਿਲਕੁਲ ਮੈਂ ਸਹਿਮਤ ਹਾਂ। ਜੋ ਵੀ ਤੁਸੀਂ ਅੱਜ ਵਿਚਾਰ ਦਿੱਤੇ ਹੈਗੇ ਆ, ਉਹਨਾਂ ਨਾਲ ਅਸੀਂ 101% ਸਹਿਮਤ ਹਾਂ ਜੀ। ਧੰਨਵਾਦ। ਹਾਂਜੀ ਮਾਨ ਸਾਹਿਬ। ਹਾਂਜੀ, ਅਮਰਜੀਤ ਸਿੰਘ ਜੀ ਮਾਨ। ਤੁਸੀਂ ਅਨਮਿਊਟ ਕਰ ਲਓ ਜੀ ਡਾਕਟਰ ਸਾਹਿਬ। ਤੁਸੀਂ ਅਨਮਿਊਟ ਹੋਏ ਸੀ ਫਿਰ ਇੱਕ ਵਾਰ। ਹਾਂਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਹਾਂ, ਮੈਂ ਤਾਂ ਤੁਹਾਡੇ ਨਾਲ ਸਹਿਮਤ ਹਾਂ। ਆਪਾਂ ਪਹਿਲਾਂ ਵੀ ਡਿਸਕਸ਼ਨ ਹੁੰਦੀ ਰਹਿੰਦੀ ਹੈ, ਸੁਣਦੇ ਰਹਿੰਦੇ ਆ ਇਹ ਸਾਰਾ ਕੁਝ, ਕਿ ਵਾਕਈ ਇਹ ਬਹੁਤ ਵੱਡੀ ਚਾਲ ਹੈ ਕਿ ਲੋਕਾਂ ਨੂੰ, ਕਿ ਤੁਸੀਂ ਆਬਾਦੀ ਵੱਧ ਤਾਂ ਤੁਹਾਡੇ ਤੇ ਗਰੀਬੀ ਹੈ, ਤੁਸੀਂ ਜ਼ਿੰਮੇਵਾਰ ਹੋ ਸਭ ਕਾਸੇ ਦੇ। ਜਦ ਕਿ ਤੁਹਾਡੀ ਗੱਲ 100% ਸੱਚਾਈ ਹੈ ਕਿ ਜਿਹੜੇ ਵੱਧ ਰਿਸੋਰਸ ਯੂਜ਼ ਕਰਦੇ ਆ ਉਹ ਤਾਂ 20% ਜਾਂ ਉਸ ਤੋਂ ਵੀ ਅੱਗੇ 3-4% ਨੇ। ਜਿਹੜੇ ਗਰੀਬ ਨੇ ਵਿਚਾਰੇ ਉਹਦਾ ਰਿਸੋਰਸ ਯੂਜ਼ ਹੀ ਨਹੀਂ ਕਰਦੇ, ਉਹ ਤਾਂ ਕਮਾਈ ਕਰਕੇ ਦਿੰਦੇ ਆ ਸਾਨੂੰ। ਜਿਵੇਂ ਤੁਸੀਂ ਗੱਲ ਕੀਤੀ ਹੈ ਬਿਹਾਰ ਵਾਲਿਆਂ ਦੀ, ਯੂਪੀ ਵਾਲਿਆਂ ਦੀ, ਉਹਨਾਂ ਦੇ ਸਿਰ ਤੇ ਤਾਂ ਅਸੀਂ ਇੰਨੇ ਸਾਲਾਂ ਤੋਂ ਝੋਨਾ ਲਾ ਰਹੇ ਹਾਂ। ਤੇ ਇਹ
ਕੀ ਗੱਲ ਦੂਜੀ ਗੱਲ ਜਿਹੜਾ ਤੁਸੀਂ ਕਿਹਾ ਸੀ ਕਿ ਕਿਸਾਨੀ ਸੰਘਰਸ਼ ਬਾਰੇ ਕਿ ਹੁਣ ਸਾਨੂੰ ਬਹੁਤ ਵਧੀਆ ਇੱਕ ਲਾਹੇਵੰਦ ਮੌਕਾ ਮਿਲਿਆ ਕਿਸਾਨੀ ਸੰਘਰਸ਼ ਤੋਂ, ਤੇ ਉਹਦੇ ਜਿਹੜੇ ਉਸ ਨੂੰ ਆਪਾਂ ਕਿਵੇਂ ਬਹੁਤ ਜ਼ਿਆਦਾ ਲੋਕਾਂ 'ਚ ਪ੍ਰਚਾਰ ਕਰੀਏ ਕਿ ਜਿਹੜਾ ਬੈੱਡ ਤੇ ਬੀਜਣੀ ਹੈ ਤੇ ਬਿਰਲੀ ਬੀਜਣੀ ਹੈ, ਤੇ ਪਾਣੀ 80% ਘਟ ਜਾਂਦਾ। ਹਰਿਆਣੇ ਨੂੰ ਲੜਨ ਦੀ ਲੋੜ ਹੀ ਨਹੀਂ ਵੀ ਲੈ ਜਾਓ ਤੁਸੀਂ SYL ਕੱਢ ਕੇ ਸਮਾਂ ਦੀ, ਇਹਨੂੰ ਬਹੁਤ ਲੋੜ ਹੈ। ਕੱਲ ਮੈਂ ਪਿੰਗਲਵਾੜੇ ਦੀ ਮੀਟਿੰਗ ਤੇ ਵੀ ਬੋਲਿਆ ਸੀ, ਬਾਹਰ ਆ ਕੇ ਸਾਰੇ ਨੇ ਕਿਹਾ ਕਿ ਡਾਕਟਰ ਮਾਨ ਇਹ ਸਾਰੇ ਲੈਕਚਰ ਤੁਸੀਂ ਜਾ ਕੇ ਟੋਲ ਪਲਾਜ਼ਿਆਂ ਤੇ ਜਿੱਥੇ ਹੋਰ ਕਿਸਾਨ ਇਕੱਠੇ ਹੁੰਦੇ ਆ ਉੱਥੇ ਦਿਓ ਇਹ ਲੈਕਚਰ। ਹਾਂ, ਤੇ ਇਸ ਕਰਕੇ ਮਤਲਬ ਇਹ ਵੀ ਬਹੁਤ ਲੋੜ ਹੈ। ਉਹਦੇ ਨਾਲ ਸਾਡੇ ਕਿਸਾਨੀ ਦੇ ਖਰਚੇ ਘਟ ਜਾਣਗੇ ਜੀ, ਕਿਸਾਨੀ ਬਚ ਜੂਗੀ, ਜ਼ਹਿਰ ਮੁਕਤ ਹੋ ਜਾਣਗੇ, ਰੇਹ ਦੀ ਲੋੜ ਹੀ ਨਹੀਂ ਪੈਂਦੀ, ਸਪਰੇਅ ਦੀ ਲੋੜ ਹੀ ਨਹੀਂ ਪੈਂਦੀ। ਤਾਂ ਇਹ ਬਹੁਤ ਜ਼ਿਆਦਾ ਆਪਾਂ ਇੱਕਦਮ ਹਨੇਰੀ ਲਿਆ ਦਈਏ ਪ੍ਰਚਾਰ ਦੀ ਇਸ ਗੱਲ ਦੀ ਕਿ ਜਿਹੜਾ ਫਗਵਾੜਾ ਗੁੱਡ ਗਰੋ ਗਰੁੱਪ ਦੀ ਤਕਨੀਕ ਹੈ, ਤੇ ਨਾਲ ਤੁਸੀਂ ਜਿਹੜਾ ਹੈਗਾ ਆਰਗੈਨਿਕ ਮਾਡਲ ਸੈਂਟਰ ਵਾਲਾ ਕੇ ਨਾਲ ਗਾਈਆਂ ਮੱਝਾਂ ਰੱਖ ਕੇ ਉਹਦਾ ਤੁਸੀਂ ਗਊ ਗੋਬਰ ਯੂਜ਼ ਕਰੋ, ਮੱਝ ਗੋਬਰ ਮੱਝ ਮੂਤਰ ਯੂਜ਼ ਕਰ ਲਓ, ਉੱਥੇ ਹੋਰ ਚੀਜ਼ਾਂ ਐਡ ਕਰ ਲਓ, ਸ਼ਹਿਦ ਦੀਆਂ ਮੱਖੀਆਂ ਰੱਖ ਲਓ, ਫਰੂਟ ਪਲਾਂਟ ਲਾ ਲਓ, ਜਿਵੇਂ ਆਪਾਂ ਕਹਿੰਦੇ ਕਿ ਹਰ ਫਸਲ ਪੈਦਾ ਕਰੋ ਪਿੰਡ ਦੇ ਵਿੱਚ। ਹੋ ਗਿਆ ਇੱਕ। ਮੈਨੂੰ ਮੈਂ ਥੋੜਾ ਜਿਹਾ ਲੇਟ ਜੁਆਇਨ ਕੀਤਾ ਵੀ ਜਿਹੜਾ ਤੁਸੀਂ 2.1 ਕਹਿੰਦੇ ਉਹ ਕਿਵੇਂ ਕੈਲਕੂਲੇਟ ਹੁੰਦਾ ਜੀ, ਉਹ ਮੈਨੂੰ ਕਲੀਅਰ ਕਰ ਦਿਓ। ਓਕੇ ਜੀ। ਹਾਂਜੀ ਡਾਕਟਰ ਸਾਹਿਬ। ਹਾਂਜੀ तो ਪਹਿਲਾਂ ਉਹੀ ਸਵਾਲ ਲੈ ਲੈਣਾ, TFR ਜਿਹੜਾ ਟੋਟਲ ਫਰਟੀਲਿਟੀ ਰੇਟ ਹੈ ਇਹ ਕੈਲਕੂਲੇਸ਼ਨ ਕਿੱਦਾਂ ਹੁੰਦੀ ਹੈ? ਇਹ ਜਿਹੜਾ ਸਾਡਾ ਕੈਲਕੂਲੇਸ਼ਨ ਥੋੜੀ ਜਿਹੀ ਕੰਪਲੈਕਸ ਹੁੰਦੀ ਹੈ, ਤੇ ਨਾ ਉਹ ਬਣਾ ਲੈਂਦੇ ਆ ਸੈਗਮੈਂਟਸ ਕਿ 15 ਸਾਲ ਤੋਂ 20 ਸਾਲ ਦੀਆਂ ਕੁੜੀਆਂ ਕਿੰਨੇ ਬੱਚੇ ਹੁੰਦੇ ਆ, ਫਿਰ 20 ਤੋਂ 25 ਕਿੰਨੇ ਹੁੰਦੇ ਆ, 25 ਤੋਂ 30 ਕਿੰਨੇ ਆ, ਕਰਕੇ ਸਾਰਾ ਦਾ ਟੋਟਲ ਕਰ ਲੈਂਦੇ ਆ। ਟੋਟਲ ਕਰਕੇ ਫਿਰ ਐਵਰੇਜ ਕੱਢ ਲੈਂਦੇ ਆ ਕਿ ਇੱਕ ਔਰਤ ਆਪਣੇ ਲਾਈਫ ਟਾਈਮ 'ਚ ਔਰਤ ਸਾਡੇ ਕੰਟਰੀ 'ਚ ਕਿੰਨੇ ਬੱਚੇ ਪੈਦਾ ਕਰਦੀ ਹੈ। ਉਹ ਨਿਕਲ ਆਉਂਦਾ, ਉਹ ਥੋੜਾ ਜਿਹਾ ਕੰਪਲੈਕਸ ਹੈ ਮੈਥਡ ਨੂੰ ਕੈਲਕੂਲੇਟ ਕਰਨ ਦਾ, ਲੇਕਿਨ ਹੈ ਬੜਾ ਸਾਇੰਟਿਫਿਕ ਆ, ਉਹ ਕੋਈ ਗਲਤੀ ਨਹੀਂ ਹੁੰਦੀ ਬਿਲਕੁਲ। TFR ਟੋਟਲ ਫਰਟੀਲਿਟੀ ਰੇਟ ਦਾ ਮਤਲਬ ਹੈ ਇੱਕ ਔਰਤ ਆਪਣੇ ਰਿਪਰੋਡਕਟਿਵ ਟਾਈਮ ਸਪੈਨ 'ਚ ਕਿੰਨੇ ਬੱਚੇ ਪੈਦਾ ਕਰਦੀ ਹੈ। ਉਹ ਦੋ ਜਣੇ ਰਲ ਕੇ ਕਰਦੇ ਆ ਨਾ, 2 ਬੱਚੇ ਹੋ ਗਏ। ਹਾਂਜੀ। ਵਿਗਿਆਨਕ ਕਹਿੰਦੇ ਆ ਕਿ 2 ਤੋਂ ਥੋੜਾ ਜਿਹਾ ਉੱਪਰ ਰੱਖੋ ਤਾਂ ਜਿਹੜਾ ਸੰਤੁਲਨ ਠੀਕ ਰਹਿੰਦਾ ਯੰਗ ਪਾਪੂਲੇਸ਼ਨ ਵਰਸਸ 올ਡ ਪਾਪੂਲੇਸ਼ਨ ਦਾ। 올ਡ ਪਾਪੂਲੇਸ਼ਨ ਜਿਹੜੀ ਉਹਦੇ ਅੰਦਰ ਉਹ ਭਾਰੀ ਕੰਮ ਨਹੀਂ ਕਰ ਸਕਦੀ, ਜਿਹੜੇ ਕੁਝ ਭਾਰੀ ਕੰਮ ਕਰਨੇ ਹੁੰਦੇ ਆ ਜਿਹੜੇ ਕਿ ਆਰਥਿਕਤਾ 'ਚ ਬਹੁਤ ਜ਼ਰੂਰੀ ਨੇ, ਉਹ ਸਿਰਫ ਯੰਗ ਪਾਪੂਲੇਸ਼ਨ ਹੀ ਕਰ ਸਕਦੀ ਹੈ। ਯੰਗ ਪਾਪੂਲੇਸ਼ਨ ਬਹੁਤ ਐਕਟਿਵ ਹੁੰਦੀ ਹੈ ਫਿਜ਼ੀਕਲੀ, ਇਸ ਕਰਕੇ ਉਹਦੀ ਥੋੜਾ ਹਲਕਾ ਉੱਪਰ ਰੱਖੋ, ਦੈਟ ਮੀਨਸ 2.1 ਰੱਖੋ। ਮਤਲਬ ਇੱਕ ਕਪਲ ਦੇ 2 ਬੱਚੇ ਜੀ। ਹਾਂ, ਪੰਜਾਬ 'ਚ 2 ਨਹੀਂ ਹੈ, 1.7 ਦੀ ਖੜਾ ਹੈ। 1.7 ਹੈ ਪੰਜਾਬ ਦੀ TFR ਜਿਹੜੀ 1.7 ਹੈ। ਅੱਛਾ। ਇਸ ਕਰਕੇ ਪੰਜਾਬ ਦੀ ਨਹੀਂ ਗੱਲ ਇਹਦੀ ਦੱਸ ਹੋਰ ਤਾਂ ਸਟੇਟਾਂ ਜਿੰਨੀਆਂ ਤੁਸੀਂ ਗਿਣਾਈਆਂ ਜੀ ਕਹਿਣ ਤੋਂ ਭਾਵ ਹਾਂ ਸਿਰਫ 4 ਜਾਂ 5 ਸਟੇਟਾਂ ਜਿਨ੍ਹਾਂ ਦੀ ਵੱਧ ਹੈ। 5 ਸਟੇਟਾਂ ਨੂੰ ਛੱਡ ਕੇ 5 ਸੁਪਰ ਵਿੱਚ ਪਹਿਲਾਂ 5 6 ਸੀਗੀ। ਅੱਜ ਤੋਂ 50 ਸਾਲ ਪਹਿਲਾਂ ਇੰਡੀਆ ਦੀ ਵੀ ਬਹੁਤ ਹਾਈ ਸੀਗੀ, 4 ਦੇ ਨੇੜੇ ਸੀਗੀ, ਤੇ ਸਟੇਟਾਂ ਯੂਪੀ ਦੇ ਆ ਗਈ 5 6 ਸੀ, 6 ਤੋਂ ਉੱਪਰ ਸੀ। ਅੱਜ ਉਹ ਆਪਣੇ ਆਪ ਹੀ ਆਟੋਮੈਟਿਕਲੀ ਘਟ ਕੇ ਬਿਹਾਰ ਵਰਗੀ ਸਟੇਟ ਵੀ 3 ਤੇ ਆ ਗਈ ਹੈ। ਅੱਛਾ। ਬਿਹਾਰ ਦੀ TFR ਵੀ 3 ਹੈ ਸਿਰਫ, ਬਹੁਤ ਜ਼ਿਆਦਾ ਨਹੀਂ ਹੈਗੀ। ਹਾਂਜੀ। ਮੱਧ ਪ੍ਰਦੇਸ਼ ਦੀ 2.9 ਹੈ। ਏਦਾਂ ਯੂਪੀ ਦੀ ਜਿਹੜੀ ਹੈਗੀ ਹੈ, ਉੱਤਰ ਪ੍ਰਦੇਸ਼ ਦੀ ਬਹੁਤ ਜ਼ਿਆਦਾ ਨਹੀਂ ਹੈਗੀਆਂ। 3 ਬਿਹਾਰ ਦੀ ਹੈ, ਫਿਰ ਉਸ ਤੋਂ 2 ਨੰਬਰ ਤੇ ਮੱਧ ਪ੍ਰਦੇਸ਼ ਦੀ 2.9 ਹੈ, ਫਿਰ ਰਾਜਸਥਾਨ ਦੀ 2.8 ਹੈ। ਬਸ 5 6 7 ਸਟੇਟਾਂ ਹੈ। ਇੱਕ ਇਹ ਕਲੀਅਰ ਕਰ ਦਿਓ, ਜਿਵੇਂ ਸਵਾਲ ਆਇਆ ਸੀਗਾ ਜੀ ਵੀ ਜੇ ਘੱਟ ਬੱਚੇ ਹੋਣਗੇ ਅਸੀਂ ਵਧੀਆ ਸਿੱਖਿਆ ਵਧੀਆ ਸਿਹਤ ਸਹੂਲਤਾਂ ਦੇ ਦਾਂਗੇ, ਉਹ ਅਲੱਗ ਵਿਸ਼ਾ ਅਲੱਗ ਹੈ। ਉਹ ਕਨਫਿਊਜ਼ਨ ਆਪਾਂ ਇਹ ਗੱਲ ਬਿਲਕੁਲ ਵੱਖਰੀ ਹੈ। ਆਬਾਦੀ ਬੋਝ ਐਜ਼ ਏ ਕੰਟਰੀ ਗੱਲ ਵੱਖਰੀ ਹੈ। ਪਰਿਵਾਰ ਦੇ ਲੈਵਲ ਤੇ ਜਾ ਕੇ ਜਦੋਂ ਆਪਾਂ ਸੋਚਦੇ ਉਹਨੂੰ ਫਿਰ ਥੋੜਾ ਡਿਫਰੈਂਟ ਢੰਗ ਨਾਲ ਲਈਏ। ਓਕੇ ਜੀ, ਫਿਰ ਨਾਲ ਲੈ ਲੈਂਦੇ ਆਪਾਂ, ਇਹਨੂੰ 2 ਗੱਲਾਂ ਨੂੰ ਕਨਫਿਊਜ਼ ਨਾ ਕਰੀਏ। ਜਿਹੜੀ ਧਰਤੀ ਦੇ ਉੱਪਰ ਜਿਹੜਾ ਬੋਝ ਹੈ, ਜਿਹਨੂੰ ਬਿਲ ਗੇਟਸ ਬਾਰ-ਬਾਰ ਕਲਾਈਮੇਟ ਚੇਂਜ ਨਾਲ ਜੋੜਦਾ ਆਬਾਦੀ ਦੇ ਵਾਧੇ ਨੂੰ,
बहुत ही कोरा झूठ है, सबको पता है। लेकिन जानबूझ के अपना फीस देने ਲਈ आबादी घटानी असी ਉਹਦੇ ਵਾਸਤੇ ਉਹ जानबूझ के रॉन्ग आर्गूमेंट ਦੇ ਕੇ ਤੁਹਾਨੂੰ ਬੇਵਕੂਫ ਬਣਾਉਂਦਾ। ਇਹ ਨਹੀਂ ਤੁਹਾਨੂੰ ਪਤਾ नहीं है। एक अलग गल है, एक परिवार ਨੂੰ कितने बच्चे पैदा करने वो परिवार डिसाइड करेगा। वो परिवार ने एक बच्चा पैदा करना है, एक परिवार ने बच्चा पैदा नहीं करना। पश्चिमी मुल्कों के अंदर अज भी कपल ने ਜਿਹੜੇ ਕਿ ਬਿਨਾਂ मैरिज कराए इकट्ठे रहने हैं, ठीक है ना, बिना मैरिज कराए उन्होंने लफ्ज की वरते हैं, अलग लफ्ज है लिविंग टुगेदर के लिव इन रिलेशनशिप। हाँ, लिव इन रिलेशनशिप च रहने हैं, वो ब्याह करते ही नहीं है, वो इकट्ठे रही जाते हैं पर ना ब्याह करते ना बच्चा पैदा करते हैं। उस तो अगर 2 नंबर पे वो बच्चे वो पेरेंट्स ने ब्याह कर लेंगे पर बच्चा नहीं पैदा करते, फिर वो पेरेंट्स ने ब्याह कर लेंगे एक दा बच्चा पैदा करते हैं। तो ये वो परिवार की आजादी है, मैं उसके खिलाफ नहीं बोल रहा। वो हर परिवार की, हर जोड़े की, हर दंपति की अपनी आजादी है कि वो कितने बच्चे पैदा करना चाहता है। हाँ, बायोलॉजिकली जे तुसी स्पिरिचुअल हो, जे तुसी कुदरत पक्षी हो तो फिर तुहानू 2 बच्चे घट्टो घट्ट पैदा करने चाहिए। जे तुसी स्पिरिचुअल हो तो जे तुहाडी अदरवाइज तुसी अपनी सिर्फ यानी मैं तो अपने क्रिमिनल्स देखूंगा, क्रिमिनल के हिसाब नाल तुहाडी खुशी है, तुहानू किसी नू फोर्स नहीं कर सकता कोई बंदा कि तुसी जरूर 2 बच्चे पैदा करो। चीन के अंदर ला जोर लिया पहला जो उन्हें एक बच्चा किया सीगा उदों परिवारों ने रिएक्शन किया कि भी असीं एक बच्चा क्यों करिए, फिर हुण एक ते लोग आदी हो गए हैं, हुण कहते 2 करो, हुण कहते असीं 2 क्यों करिए, क्योंकि उदां दी लाइफ बना ली उन्होंने दंपति ने भी। तो इस करके कोई आपां नूं दिक्कत नहीं है। वो हर जोड़े की अपनी एक आजादी है कि वो एक बच्चा करना है कि 2 बच्चे करने कि नहीं करना, कि ब्याह नहीं करवाना, सारा बंदे की आजादी है। ਉਹਦੀ ਗੱਲ ਹੀ अलग है कि वो परिवार ने अपना देखना कि वो जमीन वाले परिवार ने अपना देखना है। हुण देखो पंजाब के अंदर अज भी तुसीं निगाह मार के देखो, अज तो थोड़ी जी नौकरियां घट मिलण लग गई ना। इस तो तुसीं पिछे चले जाओ, जो मैं यंग सीगा ते सानू नौकरियां मिल रही सीगियां तां परिवार वो संपन्न सीगे जिन्हां परिवारां च 2 पुत्तर सीगे या 3 पुत्तर सीगे, एक पुत्तर खेती कर रहा सीगा ते 2 पुत्तर नौकरी च हुंदे सीगे पढ़ लिख के। वो सब तो पिंड के अंदर जिन्होंने कहते हैं, क्योंकि होर तो पैसा आता नहीं सीगा, या तो नौकरी हुंदी सीगी जां खेती हुंदी सी। तो तुसीं देखोगे अपने पिंडां दे अंदर बहुत सारे वो परिवार ने जिन्हां च परिवार का एक जी जिहड़ा एक मुंडा वो तो खेती कर रहा है, एक या 2 मुंडे नौकरी च ने, तो सब तो जिन्होंने कहते हैं अमीर परिवार गिणिया जांदा सीगा। तो एक जरूरी नहीं है भी हुण दिक्कत आ गई कि एम्प्लॉयमेंट ही है नहीं। तो इस करके हुण संकट खड़ा हो गया कि जे तुसीं 2 मुंडे कर ले, 2 मुंडे हो गए तो तुहाडी जमीन पहले ही घट है, अगे 2 च वंडी जाएगी, फिर वो समस्या खड़ी हो जाएगी। तो वो चलो कोई दिक्कत नहीं। हर परिवार ने अपनी आर्थिकता देखनी है, अपना जिहड़ा सोचण का नजरिया देखना है, अपना सभ्याचार देखना, अपनी खुशी देखनी है, बहुत सारी गल्लां ने। वो गल वक्री है। जिस तक सवाल है कि पढ़ाई लिखाई के मौके घट ने, वो मैनेजमेंट का मसला है। पढ़ाई लिखाई के मौके क्यों घट होने चाहिए? ਜਿਹੜੀਆਂ कुछ गल्लां ने सानू फ्री होनियां चाहिए ने हर कंट्री च। जिवें हुण किसान अंदोलन चल रहा है, सानू 3 चीज़ां फ्री मंगनियां चाहिए ने, फ्री सिक्ख्या, फ्री हैल्थ और फ्री जस्टिस सिस्टम। कि जे तुहाडे नाल कोई धक्का हो जाता है तो तुहानू अगर तुसीं इंसाफ लैना कोर्ट जाके तो तुहानू लाखां रुपए फीस नहीं देनी चाहिए। वो सानू फ्री जस्टिस सिस्टम मिलना चाहिए। हर जस्टिस लेना हर बंदे का मुढ़ला अधिकार है, लेकिन वो थ्योरेटिकल है। हर बंदे का मुढ़ला अधिकार है कि उन्होंने बच्चे को पढ़ाई लिखाई का करावे, हर बंदे का मुढ़ला अधिकार है कि जो बीमार हो जाए तो सेहतमंद हो, लेकिन कागजां च रह गया। तो 3 चीज़ां सानू जे अगर अंदोलन बड़ा होंदा है तो सानू 3 चीज़ां मंगनियां चाहिए ने कि कोई सेहत बंदा बीमार होंदा तो कोई खर्चा नहीं होना चाहिए। बंदे ने अपने बच्चे पढ़ाने हैं क्योंकि उस बच्चे ने जाके समाज को देना है कुछ, समाज को देने लिए कर रहा है। सिमिलरली समाज सेहतमंद रहना तो समाज का काम करना उन्हें, वो पैरासाइट नहीं है। बीमार पहली तो हो गई क्यों? जे बीमार हो रहा है तो उन्होंने तंदुरुस्त करना समाज की जिम्मेवारी है। सब बच्चों को पढ़ा के रोजगार के लायक बनाना समाज की जिम्मेवारी है। तो जे किसी ने बेइंसाफी हो जाती है तो वो समाज की जिम्मेवारी है कि उन्होंने इंसाफ मिले फ्री। तो ये 3 चीज़ां आपां नूं फ्री मंगणियां पैण मंगांगे। कदे अंदोलन होंदा
ਐਡ ਸੋਰਸ ਇਨਕਮ ਟੈਕਸ, ਇਨਕਮ ਮੁਤਾਬਕ ਟੈਕਸ ਹੋਣਾ ਚਾਹੀਦਾ ਹੈ ਕਿ ਆ ਐਜੂਕੇਸ਼ਨ ਆ ਹੈਲਥ ਪ੍ਰੋਵਾਈਡ ਕਰੀ ਜਾਊਗੀ, ਇੰਨਾ ਜਸਟਿਸ ਤੇ ਕੀਤਾ ਜਾਊਗਾ। ਮੰਨ ਲਓ 1000 ਰੁਪਇਆ ਕਮਾਉਂਦਾ ਮਜ਼ਦੂਰ, ਉਹਦਾ ਉਨਾ ਕੁ ਟੈਕਸ ਹੋ ਜਾਊਗਾ। ਬੰਦਾ ਲੱਖ ਕਮਾਉਂਦਾ, ਕਰੋੜ ਕਮਾਉਂਦਾ, ਸਕੂਲ ਇੱਕੋ ਜਿਹੇ ਹੋਣ, ਹਸਪਤਾਲ ਇੱਕੋ ਜਿਹੇ ਹੋਣ, ਪਰ ਐਡ ਸੋਰਸ ਜਿਵੇਂ ਕੈਨੇਡਾ ਵਗੈਰਾ ਚ ਹੈ ਉਹਨੂੰ ਫਾਲੋ ਕਰਕੇ ਕਿ ਐਡ ਸੋਰਸ ਟੈਕਸ ਕੱਟ ਲਓ ਉਹਨਾਂ ਦਾ। ਬਿਲਕੁਲ ਬਿਲਕੁਲ ਉਹ ਸੌਖਾ ਹੈ ਜੀ, ਉਹਦੇ ਚ ਸਾਰੀਆਂ ਸਹੂਲਤਾਂ ਇੱਕੋ ਜਿਹੇ, ਸਕੂਲ ਇੱਕੋ ਜਿਹੇ। ਬਿਲਕੁਲ, ਔਰ ਸਾਡੇ ਸਮਾਜ ਚ ਰਿਹਾ। ਹਾਂਜੀ, ਕ੍ਰਿਸ਼ਨ ਭਗਵਾਨ ਤੇ ਜਿਹੜਾ ਉਹਦਾ ਦੋਸਤ ਸੀਗਾ, ਕੀ ਨਾਂ ਸੀ ਉਹਦਾ, ਸੁਦਾਮਾ ਜੀ, ਸੁਦਾਮਾ ਇੱਕੋ ਸਕੂਲ ਚ ਪੜ੍ਹੇ ਸੀਗੇ ਉਹ। ਇਹ ਸਾਡੇ ਜਿਹੜੇ ਪੁਰਾਣੇ, ਸਾਡੇ ਤਾਂ ਸੱਭਿਆਚਾਰ ਦਾ ਹਿੱਸਾ ਰਿਹਾ ਹੈ ਕਿ ਸਾਡੇ ਜਿਹੜੇ ਪੁਰਾਣੇ ਸਕੂਲ ਸੀਗੇ, ਸਾਡੇ ਜਿਹੜੀ ਗੁਰੂਕੁਲ ਦੀ ਪਰੰਪਰਾ ਸੀ ਸਾਰੀ, ਉਹ ਕਹਿੰਦੀ ਇਹ ਸੀਗੀ। ਜਦੋਂ ਆਪਾਂ ਛੋਟੇ ਸੀ ਜੀ, ਜਿਹੜੇ 65 ਸਾਲ ਦੇ ਹੋ ਗਏ, ਉਦੋਂ ਤਾਂ ਆਪਾਂ ਇਕੱਠੇ ਹੀ ਪੜ੍ਹੇ ਆ ਸਾਰੇ। ਬਿਲਕੁਲ, ਸਕੂਲ ਇੱਕੋ ਹੁੰਦਾ ਸੀਗਾ, ਇੱਕੋ ਹੀ ਸਕੂਲ ਹੁੰਦਾ ਸੀ। ਆਹੋ, ਹੁਣ ਵੀ ਕਰਨਾ ਚਾਹੀਦਾ ਹੈ, ਕਿ ਬਿਲਕੁਲ ਚਾਹੀਦਾ ਹੈ। ਹਾਂਜੀ ਹਾਂ, ਸਮਾਜ ਦੇ ਅੰਦਰ ਕਿਵੇਂ ਤੁਸੀਂ ਆਓਗੇ। ਦੂਜੀ ਗੱਲ, ਇੱਕ ਗੱਲ ਸਾਨੂੰ ਬਹੁਤ ਜ਼ਰੂਰੀ ਸਮਝਣੀ ਜ਼ਰੂਰੀ ਹੈ ਕਿ ਕੁਦਰਤ ਦੀਆਂ ਨਜ਼ਰਾਂ 'ਚ ਅਮੀਰ ਤੇ ਗਰੀਬ ਕੋਈ ਨਹੀਂ ਹੈ। ਕੁਦਰਤ ਨੇ ਸਭ ਨੂੰ ਬਰਾਬਰ ਪੈਦਾ ਕੀਤਾ, ਔਰ ਬਰਾਬਰ ਦੀ ਅਪਰਚੁਨਿਟੀ, ਬਰਾਬਰ ਦੇ ਹੱਕ ਲੈਣਾ ਉਸ ਬੰਦਾ ਇੱਕ ਮੁੱਢਲਾ ਹੱਕ ਹੈ। ਇਹ ਸਾਰੀਆਂ ਜਿਹੜੀਆਂ ਕੁਦਰਤ ਦੀ ਨਿਗਾਹ 'ਚ ਕੋਈ ਗਰੀਬ ਅਮੀਰ ਨਹੀਂ ਹੈ, ਉਹ ਅਸੀਂ ਪੈਦਾ। ਇਸ ਕਰਕੇ ਇਹਦੀਆਂ ਸਹੂਲਤਾਂ ਦੀ ਗੱਲ ਹੈ ਨਾ, ਕਿ ਪਰਿਵਾਰ ਨੇ ਕਿਵੇਂ ਪਲੈਨਿੰਗ ਕਰਨੀ ਹੈ ਜਾਂ ਕਿਵੇਂ ਨਹੀਂ ਕਰਨੀ, ਜਾਂ ਉਹ ਪਲੈਨਿੰਗ ਦੀ ਗੱਲ ਵੀ ਹੈ। ਉਹਦੇ 'ਚ ਮਾਰਾ ਮਾਰੀ ਹੈ, ਤਾਂ ਕਰਕੇ ਸਾਨੂੰ ਲੱਗਦਾ ਕਿ ਜੇ ਇੱਕ ਦੋ ਬੱਚੇ ਕਰਾਂਗੇ ਤਾਂ ਹੀ ਠੀਕ ਚੱਲੂਗਾ, ਨਹੀਂ ਤਾਂ ਚੱਲਣਾ ਨਹੀਂ। ਜੇ ਮੰਨ ਲਓ ਮਾਰਾ ਮਾਰੀ ਨਾ ਹੋਵੇ। ਇੱਕ ਦੱਸ, ਭਾਵੇਂ ਅੱਜ ਤਾਂ ਆਬਾਦੀ ਤੇ ਕੇਂਦਰਿਤ ਹੈ, ਆਪਾਂ ਇਸ ਤੇ ਵੀ ਬਹੁਤ ਜ਼ੋਰ ਲਾ ਕੇ ਕੇਂਦਰਿਤ ਹੋਈਏ ਕਿ ਬੈਡਾਂ ਤੇ ਬਿਰਲੀ ਬੀਜਣੀ ਹੈ, ਪਾਣੀ 80% ਬਚਦਾ, ਬੀਜ 95% ਬਚਦਾ। ਜੀ ਜੀ ਜੀ, ਬਿਲਕੁਲ ਸਹੀ ਗੱਲ। ਉੱਥੇ ਤਰੀਕਾ ਹੋ ਗਿਆ ਨਾ ਆਪਣਾ ਕੁਦਰਤ ਨੂੰ ਬਚਾਉਣ ਦਾ ਤੇ ਮਾਡਲ ਨੂੰ ਬਚਾਉਣ ਦਾ। ਆਪਾਂ ਜਿਹੜਾ ਮਾਡਲ ਦੀ ਪ੍ਰਚਾਰ ਕਰ ਰਹੇ ਹਾਂ, ਮਾਡਲ ਦਾ ਆਵਾਜ਼ ਨਹੀਂ ਆ ਰਹੀ ਪੁੱਤਰੂ। ਗੁਰਵਿੰਦਰ ਸਿੰਘ ਜੀ, ਤੁਸੀਂ ਅਨਮਿਊਟ ਕਰੋ ਜੀ। ਗੁਰਵਿੰਦਰ ਸਿੰਘ ਜੀ, ਉਹਨਾਂ ਨੇ ਸਵਾਲ ਕਰਨਾ। ਕੁਲਦੀਪ ਸਿੰਘ ਜੀ, ਮੈਂ ਕੋਈ ਗੱਲ ਕਰਨਾ ਚਾਹੁੰਦਾ ਸੀਗਾ। ਗੁਰਵਿੰਦਰ ਸਿੰਘ ਜੀ ਨੂੰ ਕਰ ਲੈਂਦੇ ਜੀ, ਇੱਕ ਮਿੰਟ ਹੀ ਬਸ। ਗੁਰਵਿੰਦਰ ਜੀ। ਹਾਂਜੀ 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 ਹਾਂਜੀ, ਦੱਸੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਮੈਂ ਪੂਰੀ ਮੀਟਿੰਗ ਤਾਂ ਅਟੈਂਡ ਨਹੀਂ ਕੀਤੀ ਡਾਕਟਰ ਸਾਹਿਬ, ਪਰ ਵਿਸ਼ਾ ਮੈਨੂੰ ਇੰਟਰਸਟਿੰਗ ਲੱਗਿਆ। ਵੀ ਮਤਲਬ ਆਪਾਂ ਇਹ ਕਹਿ ਰਹੇ ਹਾਂ ਕਿ ਵੱਧਦੀ ਜਨਸੰਖਿਆ ਜਿਹੜੀ ਹੈ ਉਹ ਬੋਝ ਨਹੀਂ ਹੈ। ਕਾਫੀ ਹੱਦ ਤੱਕ ਡਾਕਟਰ ਸਾਹਿਬ ਇਹ ਜਿਵੇਂ ਆਪਾਂ ਰੀਜਨਲ ਲੈਵਲ ਤੇ ਕਹੀਏ ਵੀ ਇੰਡੀਆ ਦੀ ਐਜ਼ ਏ ਹੋਲ, ਜੇ ਆਪਾਂ ਜਿਵੇਂ ਗੱਲ ਕੀਤੀ ਹੈ ਕਿ ਆਬਾਦੀ ਓਨੀ ਤੇਜ਼ੀ ਨਾਲ ਨਹੀਂ ਵੱਧ ਰਹੀ, ਚਲੋ ਉਹ ਇੱਕ ਇਸ਼ੂ ਹੋ ਗਿਆ ਡਾਕਟਰ ਸਾਹਿਬ। ਕੀ ਅਸੀਂ ਇਸ ਚੀਜ਼ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਕਿ ਹਿਊਮਨ ਡਿਵੈਲਪਮੈਂਟ ਜਿਹੜੀ ਹੋ ਰਹੀ ਹੈ ਉਹਦੇ ਨਾਲ ਕਲਾਈਮੇਟ ਚੇਂਜ ਜਾਂ ਸਪੀਸ਼ੀਜ਼ ਦਾ ਜਿਹੜਾ ਐਕਸਟਿੰਕਸ਼ਨ ਵਗੈਰਾ, ਫੋਰੈਸਟ ਕਲੀਅਰ ਕਰ ਰਹੇ ਹਾਂ ਅਸੀਂ, ਸਾਡੀ ਡਿਵੈਲਪਮੈਂਟ ਮਤਲਬ ਆਪਣੇ ਆਪ 'ਚ ਕੀ ਕਲਾਈਮੇਟ ਦੇ ਲਈ ਖਤਰਾ ਨਹੀਂ ਹੈ ਡਾਕਟਰ ਸਾਹਿਬ? ਮੈਂ ਇਹ ਪੁਆਇੰਟ ਇੱਕ ਮਤਲਬ ਜਾਣਨਾ ਚਾਹੁੰਦਾ ਸੀ। ਚਲੋ ਉਹ ਇੱਕ ਪੁਆਇੰਟ ਹੋ ਗਿਆ ਕਿ ਸਾਡੀ ਆਬਾਦੀ ਜਿਹੜੀ ਹੈ ਉਹ ਹੁਣ ਉਨੀ ਤੇਜ਼ੀ ਨਾਲ ਨਹੀਂ ਵੱਧ ਰਹੀ, ਪਰ ਕੀ ਹਿਊਮਨ ਦੀ ਜਿਹੜੀ ਪਾਪੂਲੇਸ਼ਨ ਐਜ਼ ਏ ਮਤਲਬ ਹੋਲ ਪਾਸਟ ਟਾਈਮ 'ਚ ਵਧੀ ਲਗਾ ਲਈਏ ਜੇ ਆਪਾਂ, ਤਾਂ ਉਸ ਨੂੰ ਅਸੀਂ ਕੀ ਐਨਵਾਇਰਨਮੈਂਟ ਦੇ ਲਈ ਮਤਲਬ ਇੱਕ ਚੈਲੰਜ ਨਹੀਂ ਕਹਿ ਸਕਦੇ ਡਾਕਟਰ ਸਾਹਿਬ? ਗੁਰਵਿੰਦਰ ਸਿੰਘ ਜੀ, ਕਿਹੜੀ ਜਗ੍ਹਾ ਤੋਂ ਤੁਸੀਂ? ਮੈਂ ਬਠਿੰਡਾ ਤੋਂ ਹਾਂ ਜੀ। ਕਿਹੜਾ ਪਿੰਡ ਹੈ? ਨੱਤ ਤੋਂ ਜੀ। ਨੱਤ ਤੋਂ ਠੀਕ ਹੈ ਜੀ। ਹਾਂਜੀ ਡਾਕਟਰ ਸਾਹਿਬ। ਬੂਟਾ ਸਿੰਘ ਨੂੰ ਕਰ ਲੈਣ। ਬੂਟਾ ਸਿੰਘ ਕਰ ਲੈਣ। ਅੱਛਾ, ਹਾਂਜੀ ਬੂਟਾ ਸਿੰਘ ਤੁਸੀਂ ਵੀ ਕਰ ਲਓ ਜੀ ਗੱਲ, ਫਿਰ ਮੈਂ ਇਹ ਗੱਲ ਕਰਨਾ ਚਾਹੁੰਦਾ ਸੀ ਵੀ ਇੱਕ ਵੀਰ ਨੇ ਕਿਹਾ ਸੀ ਕਿ ਮਹਿੰਗਾਈ ਹੋਣ ਕਰਕੇ ਬੱਚਿਆਂ ਦੀ ਪੜ੍ਹਾਈ ਮਹਿੰਗੀ ਹੋ ਗਈ, ਅਸੀਂ ਪੜ੍ਹਾਉਣੇ ਔਖੇ ਹੋ ਜਾਂਦੇ ਆ। ਤੇ ਮੈਨੂੰ ਇਹ ਲੱਗਦਾ ਹੁੰਦਾ ਹੈ ਵੀ ਪੜ੍ਹਾਈ ਨਾਲ ਤਾਂ ਸਗੋਂ ਉਲਟਾ ਨੁਕਸਾਨ ਹੀ ਹੋ ਰਿਹਾ, ਫਾਇਦਾ ਨਹੀਂ ਹੋ ਰਿਹਾ। ਸਭ ਤੋਂ ਪਹਿਲਾਂ ਤਾਂ ਸਾਡੀ ਪੜ੍ਹਾਈ ਦੇ ਕਰਕੇ ਬੱਚਿਆਂ ਦੀ ਸਿਹਤ ਗਈ, ਕਿਉਂਕਿ ਜਿਹੜੇ ਇਹ ਸਿੱਖਿਆ ਦਾ ਮਾਡਲ ਦਿੱਤਾ ਗਿਆ, ਛੋਟੇ ਛੋਟੇ ਬੱਚਿਆਂ ਦੇ ਪੜ੍ਹਾਈ ਦਾ ਬੋਝ ਹੀ ਇੰਨਾ ਜ਼ਿਆਦਾ ਪਾ ਦਿੱਤਾ ਜਾਂਦਾ ਹੈ ਕਿ ਸਿਹਤ ਦਿਮਾਗੀ ਤੌਰ ਤੇ ਉਹਨਾਂ ਤੇ ਲੋਡ ਹੀ ਪੈ ਗਿਆ। ਜੇ ਸਿਹਤ ਹੈ ਤੇ ਫਿਰ ਸਭ ਕੁਛ ਹੀ ਹੈਗਾ, ਜੇ ਸਿਹਤ ਨਹੀਂ ਹੈਗੀ ਤੇ ਬਾਕੀ ਤਾਂ ਸਾਰੀਆਂ ਗੱਲਾਂ ਫਜ਼ੂਲ ਹੀ ਨੇ। ਉਸ ਤੋਂ ਬਾਅਦ ਜਿਹੜਾ ਨਾ ਇਹਨੂੰ ਸਾਡੇ ਜਿਹੜਾ ਹੈਗਾ ਪਿਤਾ ਪੁਰਖੀ ਜਿਹੜਾ ਹੈ ਨਾ ਕਿਰਤ ਕਰਨ ਵਾਲਾ ਸਿਧਾਂਤ ਸੀਗਾ, ਉਹਦੇ ਨਾਲੋਂ ਸਾਨੂੰ ਤੋੜ ਦਿੰਦੀ ਹੈ ਜੀ ਇਹ ਪੜ੍ਹਾਈ। ਉਸ ਤੋਂ ਬਾਅਦ ਅੱਜ ਕੱਲ੍ਹ ਦੇ ਜ਼ਮਾਨੇ ਤਾਂ ਇਹ ਆ, ਅੱਗੇ ਤਾਂ ਚਲੋ ਨੌਕਰੀ ਵਾਲਾ ਕੰਮ ਹੈਗਾ ਸੀਗਾ। ਮੈਂ ਇਹ ਵੇਖਿਆ ਵੀ 80 ਦੇ ਵਿੱਚ ਸਾਨੂੰ ਜਿਹੜਾ ਮਾਸਟਰ ਪੜ੍ਹਾਉਂਦਾ ਸੀ ਨਾ, ਸ਼ਰਮਾ,
ਤੇ ਉਹ ਜਦੋਂ ਸਾਈਕਲ ਤੇ ਆਉਂਦਾ ਸੀ ਫਿਰੋਜ਼ਪੁਰ ਤੋਂ, ਸਾਡੇ ਤੋਂ ਸਾਗ ਮੂਲੀਆਂ ਵਗੈਰਾ ਲੈ ਕੇ ਜਾਂਦਾ ਸੀ ਤੇ ਅਸੀਂ ਬੜੇ ਸ਼ੌਂਕ ਨਾਲ ਪੱਟ ਕੇ ਦਿੰਦੇ ਸੀ। ਤੇ ਉਹਨਾਂ ਦੀ ਨੌਕਰੀ ਦੇ ਵਿੱਚ ਤਨਖਾਹ ਜਿੰਨੀ ਕੁ ਹੁੰਦੀ ਸੀ ਨਾ, ਉਹਨੂੰ ਵੇਖ ਕੇ ਕੋਈ ਜੱਟ ਨਹੀਂ ਸੀ ਚਾਹੁੰਦਾ ਵੀ ਮੇਰਾ ਜਿਹੜਾ ਬੇਟਾ ਹੈ ਉਹ ਲੱਗੇ ਟੀਚਰ ਲੱਗੇ। ਹੋਇਆ ਕਿ ਇਹ ਵੀ ਉਦੋਂ ਨਾਲੋਂ 250 ਤੋਂ 300 ਗੁਣਾ ਤਨਖਾਹਾਂ ਵਧਾ ਦਿੱਤੀਆਂ ਗਈਆਂ, ਜਦ ਕਿ ਜਿਹੜਾ ਹੈਗਾ ਹੈ ਜਦੋਂ ਸਾਨੂੰ ਕਣਕ ਝੋਨੇ ਦਾ ਵੀ ਰੇਟ ਨਹੀਂ ਸੀ ਦਿੱਤਾ ਗਿਆ। ਜਦੋਂ ਜਿਵੇਂ 3 ਕਾਨੂੰਨ ਮੰਗੇ ਨਹੀਂ ਸੀ ਨਾ, ਤੇ ਇਹ 3 ਕਾਨੂੰਨ ਆ ਗਿਆ, ਕਿਸੇ ਨੇ ਕਣਕ ਝੋਨੇ ਦਾ ਰੇਟ ਮੰਗਿਆ ਹੀ ਨਹੀਂ ਸੀਗਾ। ਤੇ ਇਹ ਡਾਕਟਰ ਸਾਹਿਬ ਰਾਣੇ ਨੇ ਆਪਾਂ ਨੂੰ ਦੱਸਿਆ ਹੈ ਵੀ ਅਨਾਜ ਦੀ ਤਾਂ ਸ਼ਾਰਟੇਜ ਆਈ ਨਹੀਂ ਸੀਗੀ, ਕਣਕ ਦੀ ਸ਼ਾਰਟੇਜ ਵਿਖਾਈ ਗਈ ਸੀ। ਇੱਕ ਕੱਲੀ ਕਣਕ ਨਹੀਂ ਸੀ, ਇੱਥੇ ਤਾਂ ਆਪਣੇ ਕੋਲ ਕਿੰਨੇ ਅਨਾਜ ਸੀਗੇ। ਤੇ ਚਲੋ ਉਹ ਸ਼ਾਰਟੇਜ ਵਿਖਾ ਦਿੱਤੀ ਗਈ ਤੇ ਉਹ ਹੋਇਆ ਕੀ ਵੀ ਤਨਖਾਹਾਂ ਆਪਣੀਆਂ ਵਧਾ ਕੇ ਉਧਰੋਂ ਆਪਾਂ ਨੂੰ ਥੋੜਾ ਜਿਹਾ ਲਾਲਚ ਦੇਤਾ, ਰੇਡੀਓ ਰਾਹੀਂ ਟੀਵੀ ਰਾਹੀਂ ਆਪਣੀਆਂ ਲੋੜਾਂ ਵਧਾਤੀਆਂ। ਉਹ ਲੋੜਾਂ ਦੇ ਪਿੱਛੇ ਭੱਜਣ ਦੀ ਖਾਤਰ ਆਪਾਂ ਇਹ ਬੱਚਿਆਂ ਨੂੰ ਆਖਿਆ ਤੁਸੀਂ ਵੱਡੇ ਹੋ ਕੇ ਡਾਕਟਰ ਬਣਨਾ ਹੈ ਜੀ, ਇੰਜੀਨੀਅਰ ਬਣਨਾ ਹੈ। ਉਹ ਡਾਕਟਰ ਇੰਜੀਨੀਅਰ ਤਾਂ ਜ਼ਰੂਰ ਬਣ ਗਏ, ਪਰ ਉਹ ਆਪਦੇ ਕਿਰਤ ਨਾਲੋਂ ਟੁੱਟ ਗਏ, ਆਪਦਾ ਜਿਹੜਾ ਪਿਤਾ ਪੁਰਖੀ ਕੰਮ ਨਾਲੋਂ ਟੁੱਟ ਗਏ ਬਿਲਕੁਲ। ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦੇਣਾ ਚਾਹਾਂਗਾ। ਪਿਛਲੇ ਦਿਨੀ ਕੁਝ ਸਾਥੀ ਸੀ ਸਾਡੇ ਨਾਲ, ਅਸੀਂ ਨੱਤ ਪਿੰਡ ਚ ਗਏ, ਉੱਥੇ ਪ੍ਰਦੀਪ ਹੋਰਾਂ ਦਾ ਮਾਡਲ ਵੇਖਿਆ ਜਿੱਥੇ ਉਹਨਾਂ ਨੇ ਖੇਤ ਦੇ ਵਿੱਚ ਕੁਝ ਕਰਦੇ ਪਏ ਸੀਗੇ। ਉਹ ਵੀ ਬੜੇ ਇੰਟਰਸਟਡ ਸੀਗੇ, ਸਮਾਜ ਸੇਵੀ ਵੀ ਨੇ, ਮਤਲਬ ਇਹ ਚਾਹੁੰਦੇ ਨੇ ਕਿ ਇਹ ਮਾਡਲ ਅੱਗੇ ਵਧੇ। ਉਸ ਤੋਂ ਇਲਾਵਾ ਡਾਕਟਰ ਮਾਨ ਸਾਹਿਬ ਹਰੀ ਵੀ ਆਪਾਂ ਨੂੰ ਪਤਾ ਹੈ ਵੀ ਇਹ ਬਿਲਕੁਲ ਇੰਟਰਸਟਡ ਨੇ, ਇਹਦੇ ਚ 1% ਵੀ ਕੋਈ ਨਾ ਸ਼ੱਕ ਵਾਲੀ ਗੱਲ ਨਹੀਂ। ਸਮਾਜ ਸੇਵੀ ਨੇ, ਸਾਰਾ ਪਰਿਵਾਰ ਹੀ ਲੱਗੇ ਹੋਏ ਨੇ। ਮੈਂ ਉਦੋਂ ਮਿਲ ਕੇ ਆਏ ਆ ਜਿੱਦਣ ਇਹਨਾਂ ਦੇ ਖੇਤੀਬਾੜੀ ਸਾਸੰਗ ਕੀਤਾ। ਹੁਣ ਉਹ ਪ੍ਰਦੀਪ ਹਰੀ ਫਿਰ ਵੀ ਕਿਰਤ ਨਾਲ ਜੁੜੇ ਹੋਏ ਆ। ਇਹ ਸਾਰਾ ਪਰਿਵਾਰ ਕਿਰਤ ਨਾਲੋਂ ਟੁੱਟ ਗਿਆ ਸੀ। ਇਹਨਾਂ ਨੇ ਆਪਦੇ ਮੈਨੇਜਰ ਦੀ ਡਿਊਟੀ ਲਾਈ ਸੀ ਵੀ ਤੂੰ ਪਾਣੀ ਲਾਉਣਾ ਹੈ, ਮੈਨੇਜਰ ਨੇ ਬੈਡਾਂ ਤੇ ਪਾਣੀ ਚੜਾ ਛੱਡਿਆ ਸੀਗਾ। ਇਹਨਾਂ ਨੂੰ ਹੁਣ ਜਿਹੜਾ ਕਿਰਤ ਨਾਲ ਜਿਹੜਾ ਡਾਕਟਰ ਦੇ ਪਰਿਵਾਰ ਨੂੰ ਜਿਹੜਾ ਜੁੜਨਾ ਹੈ, ਇਹ ਬੜਾ ਔਖਾ ਹੋ ਜਾਣਾ ਹੈ। ਉਹ ਕਿਰਤ ਨਾਲ ਜਿਹੜੇ ਨੇ ਨਾ ਉਹ ਟੁੱਟੇ ਨਹੀਂ ਸੀ ਚੰਗੀ ਤਰ੍ਹਾਂ, ਉਹ ਜੁੜੇ ਹੋਏ ਆ। ਤੇ ਜਿਹੜਾ ਕਿਰਤ ਨਾਲ ਜੁੜਿਆ ਹੈ, ਸਭ ਤੋਂ ਪਹਿਲੀ ਗੱਲ ਤਾਂ ਉਹਨਾਂ ਦੇ ਪਰਿਵਾਰ ਦੀ ਸਿਹਤ ਹੀ ਵਧੀਆ ਹੈਗੀ ਹੈ। ਉਸ ਤੋਂ ਬਾਅਦ ਜਦੋਂ ਆਪਾਂ ਨੂੰ ਪਤਾ ਲੱਗਦਾ ਜਿਹੜੇ ਬੰਦੇ ਕੁਦਰਤੀ ਖੇਤੀ ਕਰਦੇ ਆ, ਇਸ ਸਿਧਾਂਤ ਤੇ ਖੇਤੀ ਕਰਦੇ ਆ ਫਗਵਾੜਾ ਤਕਨੀਕ ਨਾਲ, ਤੇ ਉਹ ਅਸਲ ਦੇ ਵਿੱਚ ਜਿਵੇਂ ਕੁਦਰਤ ਨਾਲ ਗੱਲਾਂ ਕਰਦੇ ਆ, ਵਾਕਈ ਜਿਹੜੇ ਇਹ ਆਪਣੀ ਖੇਤੀ ਗੱਲਾਂ ਕਰਦੀ, ਇੰਨਾ ਕੁ ਇੰਟਰਸਟ ਬਣਦਾ ਹੈ। ਉਹਨਾਂ ਨੂੰ ਐਂ ਲੱਗਦਾ ਹੈ ਜਿਹੜੇ ਜਿੰਨਾ ਇੱਧਰਲੇ ਪਾਸੇ ਧਿਆਨ ਹੋ ਗਿਆ ਵੀ ਸਾਨੂੰ ਕੋਈ ਅਮਰੀਕਾ ਕੈਨੇਡਾ ਦੀ ਜਾਂ ਕਿਸੇ ਤਰ੍ਹਾਂ ਦੀ ਨੌਕਰੀਆਂ ਦੀ ਲੋੜ ਹੀ ਨਹੀਂ ਹੈਗੀ। ਇਹ ਤਾਂ ਸਾਡਾ ਸਿਸਟਮ ਹੀ ਬੜਾ ਵਧੀਆ, ਇਹਦੋਂ ਵਧੀਆ ਤਾਂ ਕੋਈ ਕੰਮ ਹੋ ਹੀ ਨਹੀਂ ਸਕਦਾ ਵੀ ਅਸੀਂ ਇੱਕ ਦਾਣਾ ਲਾਈਏ ਤੇ ਉਹਦੇ ਚੋਂ ਘੱਟੋ ਘੱਟ ਵੀ 50 ਸਿੱਟੇ ਪੈਦਾ ਹੋ ਜਾਣ, ਤੇ 50 ਸਿੱਟਿਆਂ ਚ ਗਾਂ 120 ਵੀ ਦਾਣੇ ਹੋਣ। ਤੇ ਇਹਦੇ ਉੱਤੇ ਵਧੀਆ ਕੀ ਹੋ ਸਕਦਾ। ਨਾਲੇ ਅਸੀਂ ਘਰ ਦੇ ਵਿੱਚ ਰਹਿ ਕੇ ਜਿਹੜਾ ਆਪਦਾ ਕੰਮ ਕਰਦੇ ਆ, ਉਹ ਗੱਲ ਵੱਖਰੀ ਹੈ ਕਿ ਅਸੀਂ ਆਪਦੀਆਂ ਲੋੜਾਂ ਵਧਾ ਲਈਆਂ ਨੇ। ਆਪਦਾ ਸਿਸਟਮ ਜਿਹੜਾ ਸਾਨੂੰ ਕਮਰਸ਼ੀਅਲ, ਖੇਤੀ ਵੀ ਕਮਰਸ਼ੀਅਲ ਕਰਤੀ, ਪੜ੍ਹਾਈ ਵੀ ਕਮਰਸ਼ੀਅਲ ਕਰਤੀ। ਇਹ ਸਿੱਖਿਆ ਦਾ ਮਾਡਲ ਜਿਹੜਾ ਕਮਰਸ਼ੀਅਲ ਕੀਤਾ ਨਾ, ਉਹਦੇ ਕਰਕੇ ਜਿਹੜੀ ਹੈ ਨਾ ਇਹ ਵੱਡੀ ਮੁਸ਼ਕਲ ਆ ਰਹੀ। ਪਹਿਲਾਂ ਜਿਹੜੀ ਸਿੱਖਿਆ ਸੀ ਨਾ, ਜਿਹੜੀ ਆਪਾਂ ਸਾਰਿਆਂ ਨੇ ਪਿਛਲੇ ਦਿਨੀ ਵੀਡੀਓ ਵੀ ਸੁਣੀ ਹੈ ਵੀ ਪਹਿਲਾਂ ਪੰਜਾਬ ਦੇ ਵਿੱਚ ਕੋਈ ਅਨਪੜ੍ਹ ਹੀ ਨਹੀਂ ਹੁੰਦਾ ਸੀਗਾ। ਤੇ ਉਦੋਂ ਅਨਪੜ੍ਹ ਕਿਉਂ ਨਹੀਂ ਹੁੰਦੇ ਸੀਗੇ ਵੀ ਉਹਨਾਂ ਨੂੰ ਕੀ ਹੁੰਦਾ ਸੀ ਵੀ ਕਿਰਤ ਨਾਲ ਤਾਂ ਆਪਦੇ ਪਿਤਾ ਪੁਰਖੀ ਸਾਰੇ ਕੰਮ ਕਰਦੇ ਸੀ, ਬੇਰੁਜ਼ਗਾਰ ਹੁੰਦਾ ਹੀ ਨਹੀਂ ਸੀਗਾ। ਤੇ ਉਦੋਂ ਗਾਂ ਅਗਲੀ ਸਿੱਖਿਆ ਦਿੱਤੀ ਜਾਂਦੀ ਸੀ ਸਮਾਜ ਪ੍ਰਤੀ, ਵੀ ਕਿਵੇਂ ਤੁਸੀਂ ਸਮਾਜ ਦੇ ਪ੍ਰਤੀ ਰਹਿਣਾ ਹੈ। ਜਿਵੇਂ ਸਰਬੱਤ ਦਾ ਭਲਾ, ਆਪਣੇ ਧਰਮ ਦੱਸਦੇ ਵੀ ਸਰਬੱਤ ਦਾ ਭਲਾ ਹੈਗਾ ਤੇ ਸਾਡਾ ਤਾਂ ਆਟੋਮੈਟਿਕ ਹੈਗਾ। ਉਹ ਸਿੱਖਿਆ ਉਸ ਵਾਸਤੇ ਦਿੱਤੀ ਜਾਂਦੀ ਸੀ। ਹੁਣ ਜਿਹੜੀ ਇਹ ਸਿੱਖਿਆ ਦਾ ਮਾਡਲ ਇੰਨਾ ਗਲਤ ਹੋ ਗਿਆ ਹੈ ਨਾ ਕਿ ਇਹ ਲੱਗਦਾ ਹੈ ਵੀ ਸਿੱਖਿਆ ਜੇ ਆਪਦੇ ਬੱਚਿਆਂ ਨੂੰ ਦਿਵਾਉਣੀ ਹੈ ਤੇ ਅਸੀਂ ਪੈਸਾ ਇਕੱਠਾ ਕਰਨ ਦੀ ਖਾਤਰ ਦਿਵਾਉਣੀ ਹੈ। ਵੀ ਕਿਸੇ ਸਿੱਖਿਆ ਦੇ ਵਿੱਚ ਇਹੋ ਜਿਹਾ ਨਹੀਂ ਹੈਗਾ ਵੀ ਜਿਹਦੇ ਨਾਲ ਆਪਾਂ ਆਖੀਏ ਵੀ ਸਿੱਖਿਆ ਇਹ ਲੈਣ ਨਾਲ ਕਿਸੇ ਬੱਚੇ ਨੂੰ ਸਮਝ ਆਉਂਦੀ ਹੋਵੇ ਜਾਂ ਇਹ ਕਿਰਤ ਨਾਲ ਜੁੜਦਾ ਹੋਵੇ। ਤੇ ਇਸ ਕਰਕੇ ਇਹ ਪੜ੍ਹਾਈ ਵਾਲਾ ਮਾਡਲ ਫੇਲ ਹੋ ਗਿਆ। ਜਿਵੇਂ ਜਿਵੇਂ ਆਪਾਂ ਆਪਦੇ ਬੱਚਿਆਂ ਨੂੰ ਇਹ ਸਿੱਖਿਆ ਦਿਵਾਵਾਂਗੇ ਨਾ, ਆਪਾਂ ਨੂੰ ਫਾਇਦਾ ਨਹੀਂ ਹੋਣਾ ਚਾਹੀਦਾ, ਇਹਦਾ ਸਗੋਂ ਉਲਟਾ ਨੁਕਸਾਨ ਹੋ ਰਿਹਾ। ਉਹ ਗੱਲ ਵੱਖਰੀ ਹੈ ਕਿ ਜਿਵੇਂ ਡਾਕਟਰ ਅਮਰ ਸਿੰਘ ਆਜ਼ਾਦ ਹਰੀ ਜਾਂ ਆਪਣੇ ਡਾਕਟਰ ਚਿਮਨ ਲਾਲ ਵਸ਼ਿਸ਼ਟ ਹਰੀ, ਚਲੋ ਇਹ ਪੜ੍ਹ ਲਿਖ ਕੇ ਇਹ ਸਮਾਜ ਵਾਲੇ ਸੇਵਾ ਪਾਸੇ ਲੱਗੇ ਆ, ਪਰ ਬਹੁ ਗਿਣਤੀ ਲੋਕ ਜਿਹੜੇ ਆ ਇਧਰਲੇ ਪਾਸੇ ਨਹੀਂ ਲੱਗਦੇ। ਉਹ ਇੱਕ ਵਪਾਰ ਆਪਦਾ ਬਣਾ ਲੈਂਦੇ ਆ, ਬਿਜ਼ਨਸ ਬਣਾ ਲੈਂਦੇ ਆ। ਤੇ ਜਿਹਦੇ ਕਰਕੇ ਇਹ ਸਿੱਖਿਆ ਦਾ ਜਿਹੜਾ ਨਾ, ਵੇਖੋ ਜਿੰਨੇ ਬੱਚੇ ਪੜ੍ਹਦੇ ਪਏ ਆਈਲੈਟਸ ਕਰਕੇ, ਉਹ ਆਪਦੇ ਘਰੋਂ ਹੀ ਬੇਕਾਰ ਹੋਈ ਜਾਂਦੇ ਆ। ਮਾਂ ਪਿਓ ਇੱਥੇ ਰੁਲੀ ਜਾਂਦੇ ਆ, ਬੱਚੇ ਉੱਥੇ ਲੱਗੇ ਫਿਰਦੇ ਆ। ਉਹ ਸਾਰੀ ਉਮਰ ਉਹਨਾਂ ਤੋਂ ਕਿਸ਼ਤਾਂ ਹੀ ਨਹੀਂ ਲੈਣੀਆਂ ਹੈਗੀਆਂ। ਜਿਹੜੇ ਆਪਣੇ ਕਰਮਜੀਤ ਸਿੰਘ ਬਿੱਲੂ ਹਰਾਂ ਵਰਗੇ ਉੱਥੇ ਬੈਠੇ ਸੱਚਾਈ ਦੱਸਦੇ ਪਏ, ਪ੍ਰੋਫੈਸਰ ਨਿਤਿਨ ਸਿੰਘ ਹਰਾਂ ਵਰਗੇ ਇੱਥੇ ਬੈਠੇ ਆ, ਉਹ ਵਿਚਾਰੇ ਕਰਲਾਈ ਜਾਂਦੇ ਵੀ ਸਾਡੇ ਬੱਚੇ ਬਾਹਰ ਚਲੇ ਗਏ, ਸਾਡਾ ਨੁਕਸਾਨ ਹੋ ਗਿਆ। ਤੇ ਫਿਰ ਵੀ ਸਾਡੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਇਸ ਗੱਲ ਨੂੰ ਬੜਾ ਵੱਡਾ ਸਮਝੀ ਜਾਂਦੇ। ਬੱਚਾ ਉੱਥੇ ਚਲਾ ਜਾਂਦਾ ਹੈ, ਮਾੜੀ ਕਿਸੇ ਨੂੰ PR ਮਿਲਦੀ, ਜਾਣ ਦੀ ਮਨਜ਼ੂਰੀ ਮਿਲਦੀ ਹੈ, ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਆ ਵੀ ਸਾਨੂੰ ਜੀ ਸਾਡੀਆਂ ਜੜ੍ਹਾਂ ਪੱਟ ਰਹੇ, ਬੜੀ ਚੰਗੀ ਗੱਲ ਹੈ। ਹੋਣਾ ਤਾਂ ਇਹ ਚਾਹੀਦਾ ਵੀ ਅਸੀਂ ਮਜਬੂਰੀ ਵਾਸਤੇ ਸਾਨੂੰ ਬੱਚੇ ਬਾਹਰ ਭੇਜਣੇ ਪੈ ਰਹੇ ਆ। ਸਾਡਾ ਸਿਸਟਮ
परमात्मा कृपा करे भी इत्थे ठीक हो जाए, सानू चलो जाना ही ना पवे। इस करके एक पढ़ाई का मॉडल फेल हैगा ते इहदे वास्ते मैनू नहीं लगता भी आपां नू कोई बड़ा ध्यान देण दी इधर लोड़ हैगी। धन्नवाद जी। हाँ जी डॉक्टर साहब। अच्छा, ਆਪਾਂ ਜਿਹੜੀ ਗੱਲ ਦੋ ਗੱਲਾਂ 'ਚ ਜਿਹੜੀ ਥੋੜੀ ਜੀ ਆਪਾਂ ਥੋੜਾ ਜਿਹਾ ਗੱਲ ਰਲਗੱਡ ਹੋ ਰਹੀ ਹੈ ਕਿ ਇੱਕ ਪਰਿਵਾਰ ਕਿੰਨੇ ਬੱਚੇ ਪੈਦਾ ਕਰੇ, ਇਹ ਉਹਦੀ ਚੋਇਸ ਹੈ, ਉਹਦੀ ਆਜ਼ਾਦੀ ਹੈ, ਉਹ ਕਰੇ। ਉਸੇ ਕਰਕੇ ਹੀ ਆਪਾਂ ਕਹਿ ਰਹੇ ਹਾਂ ਕਿ ਆਬਾਦੀ ਆਟੋਮੈਟਿਕਲੀ ਹੀ ਘਟਣੀ ਸ਼ੁਰੂ ਹੋ ਗਈ ਹੋਈ ਹੈ, ਕਿਉਂਕਿ ਪਰਿਵਾਰ ਜਿਹੜੇ ਨੇ ਅੱਜ ਸੁਰੱਖਿਆ ਹੋਰ ਥਾਵਾਂ ਤੋਂ ਲੈਣ ਦੀ ਕੋਸ਼ਿਸ਼ ਕਰ ਰਹੇ ਆ। ਬੱਚਿਆਂ ਦੀ ਸੁਰੱਖਿਆ ਤੇ ਨਿਰਭਰ ਨਹੀਂ ਹੈਗੇ। ਪਹਿਲਾਂ ਕੀ ਸੀਗਾ, ਪਹਿਲਾਂ ਪਰਿਵਾਰ ਬੱਚਿਆਂ ਦੀ ਰਾਹੀਂ ਦੇਣ ਵਾਲੀ ਸੁਰੱਖਿਆ ਤੇ ਨਿਰਭਰ ਸੀਗੇ। ਉਹਨਾਂ ਕੋਲ ਹੋਰ ਸੁਰੱਖਿਆ ਹੈ ਹੀ ਨਹੀਂ ਸੀ ਕੋਈ। ਉਹਨਾਂ ਕੋਲੇ ਇੱਕੋ ਹੀ ਸੁਰੱਖਿਆ ਹੁੰਦੀ ਸੀ ਕਿ ਮੇਰੇ ਕੋਲ 2 ਬੱਚੇ ਹੋਣਗੇ, 2 ਪੁੱਤਰ ਹੋਣਗੇ, 3 ਪੁੱਤਰ ਹੋਣਗੇ, ਤਾਂ ਮੈਨੂੰ ਉਹ ਬੁਢਾਪੇ 'ਚ ਬਿਮਾਰੀ ਠਮਾਰੀ 'ਚ ਆਲੇ ਦੁਆਲੇ ਸਮਾਜਿਕ ਤੌਰ ਤੇ ਉਹ ਜਿਹੜੀ ਹੈ ਸੁਰੱਖਿਆ ਦੇਣਗੇ। ਅੱਜ ਪਰਿਵਾਰ ਦੇ ਅੰਦਰ ਜ਼ਿੰਦਗੀ ਬਦਲ ਰਹੀ ਹੈ, ਜ਼ਿੰਦਗੀ ਦਾ ਰੰਗ ਢੰਗ ਬਦਲ ਰਿਹਾ ਸਾਰਾ। ਤਾਂ ਉਹਦੇ ਨਾਲ ਕੀ ਹੋ ਗਿਆ ਕਿ ਸੁਰੱਖਿਅਤ ਰਹਿਣ ਦੇ ਤਰੀਕੇ ਹੋਰ ਬਹੁਤ ਹੋ ਗਏ। ਉਹ ਪੈਸਾ ਇਕੱਠਾ ਕਰਕੇ ਆਪਾਂ ਸੁਰੱਖਿਅਤ ਰਹਿ ਸਕਦੇ ਹਾਂ, ਕੋਈ ਕਿਸੇ ਹੋਰ ਪਾਸੇ ਇਨਵੈਸਟਮੈਂਟ ਕਰਦੇ ਹਾਂ, ਕੋਈ ਬੈਂਕਾਂ 'ਚ ਜਮ੍ਹਾਂ ਕਰਾਉਂਦੇ ਹਾਂ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਉਹ ਕਰਦੇ ਹਾਂ। ਬਾਕੀ ਕੁਛ ਸਰਕਾਰਾਂ ਤੋਂ ਅਸੀਂ ਡਿਮਾਂਡ ਕਰਦੇ ਹਾਂ ਵੀ ਤੁਸੀਂ ਜੀ ਕਰੋ, ਕੋਈ ਇੰਸ਼ੋਰੈਂਸ ਕਰਾਉਂਦਾ। ਤਾਂ ਇਸ ਕਿਸਮ ਦੇ ਜਿਹੜੇ ਹੋਰ ਤਰੀਕੇ ਹੈਗੇ ਆ। ਇਸ ਕਰਕੇ ਉਹ ਪਰਿਵਾਰ ਦੀ ਆਪਣੀ ਨਿੱਜੀ ਹੈ। ਉਸੇ ਕਰਕੇ ਹੀ ਪਰਿਵਾਰ ਜਿਹੜਾ ਬੱਚੇ ਘੱਟ ਪੈਦਾ ਕਰਦਾ ਤੇ ਇਸੇ ਕਰਕੇ ਆਬਾਦੀ ਮੈਂ ਕਹਿ ਰਿਹਾ ਕਿ ਘਟ ਰਹੀ ਹੈ। ਆਪਣਾ ਉਹਨਾਂ 'ਚ ਕੋਈ ਵਿਰੋਧ ਨਹੀਂ ਹੈ ਇਸ ਗੱਲ ਦਾ। ਮੈਂ ਇਹ ਨਹੀਂ ਕਹਿ ਰਿਹਾ ਕਿ ਆਬਾਦੀ ਐਂਡਲੈਸਲੀ ਵਧੀ ਜਾਵੇ ਤੇ ਕੋਈ ਚੰਗੀ ਗੱਲ ਹੈ। ਆਪਾਂ ਕਹਿ ਰਹੇ ਹਾਂ ਕਿ ਆਬਾਦੀ ਦਾ ਰੌਲਾ ਜਿਹੜਾ ਪਾਇਆ ਜਾ ਰਿਹਾ ਹੈ ਉਹ ਰੌਲਾ ਹੀ ਗਲਤ ਹੈ। ਮੈਂ ਨਹੀਂ ਕਹਿ ਰਿਹਾ ਕਿ ਆਬਾਦੀ ਵਧੀ ਜਾਵੇ ਤਾਂ ਕੋਈ ਫਰਕ ਨਹੀਂ ਪੈਂਦਾ। ਇਹ ਤਾਂ ਆਰਗੂਮੈਂਟ ਹੀ ਨਹੀਂ ਹੈ। ਆਪਣਾ ਆਰਗੂਮੈਂਟ ਤਾਂ ਇਹ ਹੈ ਕਿ ਆਬਾਦੀ ਵੱਧ ਹੀ ਨਹੀਂ ਰਹੀ। ਸਾਇੰਟੀਫਿਕ ਐਵੀਡੈਂਸ ਇਹ ਕਹਿ ਰਹੀ ਹੈ ਕਿ 2050 ਤੇ ਆ ਕੇ ਆਬਾਦੀ ਦਾ ਵਾਧਾ ਰੁਕ ਜਾਣਾ। ਜਿਹੜੀ ਥੋੜੀ ਬਹੁਤੀ ਆਬਾਦੀ ਵੱਧ ਰਹੀ ਹੈ ਜਿਨ੍ਹਾਂ ਮੁਲਕਾਂ ਦੇ ਅੰਦਰ, ਉਹਨਾਂ ਮੁਲਕਾਂ ਦੇ ਅੰਦਰ ਜਦੋਂ ਸੋਸ਼ਲ ਚੇਂਜਸ ਆ ਰਹੀਆਂ ਨੇ ਤਾਂ ਉਹਨਾਂ ਪੰਜਾਬ ਦੇ ਵਿੱਚ ਦੇਖੋ ਕੌਣ ਕਰਦਾ ਬੱਚੇ ਪੈਦਾ। ਜਿਵੇਂ ਤੁਸੀਂ ਕਹਿ ਰਹੇ ਸੀ ਨਾ ਵੀ ਜ਼ਮੀਨ ਵੰਡੀ ਜਾਏਗੀ ਤੇ ਬੱਚੇ ਛੋਟੇ ਰੱਖਾਂਗੇ ਤਾਂ ਆਪਾਂ ਪਰਿਵਾਰ ਜ਼ਿਆਦਾ ਸੁਖੀ ਰਹੇਗਾ। ਤਾਂ ਕਰ ਹੀ ਰਹੇ ਆਪਾਂ ਬੱਚੇ ਪੈਦਾ, ਕਿਉਂਕਿ ਜੇ ਪਹਿਲਾਂ ਮੁੰਡਾ ਹੋ ਜਾਂਦਾ ਤਾਂ ਦੂਜਾ ਬੱਚੇ ਨਹੀਂ ਕਰਦੇ ਪਰਿਵਾਰ ਦੇ, ਕੋਲ ਲੱਗਦਾ ਜ਼ਮੀਨ ਵੰਡੀ ਗਈ ਤੇ ਹੋਰ ਰੁਜ਼ਗਾਰ ਤਾਂ ਮਿਲਦਾ ਨਹੀਂ ਕੋਈ। ਤਾਂ ਇਹ ਕਿਤੇ ਨਾ ਕਿਤੇ ਇਹ ਆਰਗੂਮੈਂਟ ਇਹ ਹੈ ਕਿ ਆਬਾਦੀ ਨਹੀਂ ਵੱਧ ਰਹੀ। ਜਿਹੜੀ ਵੱਧ ਵੀ ਰਹੀ ਹੈ ਉਹ ਅਰਜੀ ਹੈ ਤੇ 2050 ਤੱਕ ਜਾਂਦੇ ਹੋਰ 30 ਸਾਲਾਂ 'ਚ ਉਹਨੇ ਆਪਣੇ ਆਪ ਸਟੇਬਲ ਹੋ ਜਾਣਾ। ਰੌਲੀ ਪਾਉਣ ਦੀ ਲੋੜ ਨਹੀਂ ਹੈ। ਲੋਕਾਂ ਦੇ ਅਜੀਬ ਜਿਹੜੀਆਂ ਜੈਨੇਟਿਕਲੀ ਮੋਡੀਫਾਈਡ ਫਸਲਾਂ ਲੈ ਕੇ ਆਉਣੀਆਂ ਨੇ ਤੇ ਵੈਕਸੀਨੇਸ਼ਨ ਲਿਆਉਣਾ ਹੈ ਤੇ ਇਹੋ ਜਿਹੇ ਜਿਹੜੇ ਖੇਕਣ ਨੇ ਡੀਪਾਪੂਲੇਸ਼ਨ ਦਾ ਆਬਾਦੀ ਨੂੰ ਮਾਰਨਾ ਹੈ, ਅਸੀਂ ਇਹੋ ਜਿਹੀ ਕੋਈ ਜ਼ਰੂਰਤ ਨਹੀਂ ਹੈ, ਇਹੋ ਜਿਹਾ ਕੋਈ ਬੋਝ ਨਹੀਂ ਹੈ। ਦੂਜੀ ਗੱਲ ਜੇ ਆਬਾਦੀ ਦਾ ਵਾਧਾ ਆਰਜੀ ਤੌਰ ਤੇ ਹੈਗਾ ਵੀ ਹੈ ਤਾਂ ਉਹ ਕੋਈ ਬੋਝ ਨਹੀਂ ਹੈ। ਇਸ ਵੇਲੇ ਦੁਨੀਆ ਦੇ ਅੰਦਰ ਫੂਡ ਪੈਦਾ ਕਰਨ ਦੇ ਇੰਨੇ ਜ਼ਿਆਦਾ ਸਾਧਨ ਵਿਕਸਿਤ ਹੋ ਗਏ ਹੈ ਕਿ ਤੁਹਾਡਾ ਮੰਤਰੀ ਦਾ ਸਾਡਾ ਕਹਿ ਰਿਹਾ ਸਾਡੇ ਕੋਲ 5 ਸਾਲ ਦਾ ਫੂਡ ਐਡਵਾਂਸ ਪਿਆ। ਜੀ ਆਪੇ ਹਿਸਾਬ ਲਾ ਲਓ ਕਿੰਨੀ ਸਮੱਸਿਆ ਆਬਾਦੀ ਨੂੰ ਫੂਡ ਪਾਉਣਾ। ਅੱਜ ਇੱਕ ਬੰਦਾ ਇੱਕ ਬੰਦਾ ਇੱਕ ਏਕੜ ਜਿਹੜਾ ਜ਼ਮੀਨ ਹੈ, 1 ਏਕੜ ਜ਼ਮੀਨ ਜਿਹੜੀ ਘੱਟੋ ਘੱਟ 10 ਬੰਦਿਆਂ ਦਾ, 15 ਬੰਦਿਆਂ ਦਾ, 20 ਬੰਦਿਆਂ ਦਾ ਭੋਜਨ ਪੈਦਾ ਕਰ ਸਕਦੀ ਹੈ। ਇਹ ਸਾਧਨ ਇੰਨੇ ਵਿਕਸਿਤ ਹੋ ਗਏ ਹਨ। ਛੱਤਾਂ ਦੇ ਉੱਪਰ ਭੋਜਨ ਪੈਦਾ ਕਰੀ ਜਾ ਰਹੇ ਹਨ ਲੋਕ, ਗਮਲਿਆਂ 'ਚ ਪੈਦਾ ਕਰੀ ਜਾ ਰਹੇ ਹਨ, ਘਰਾਂ 'ਚ ਪੈਦਾ ਕਰੀ ਜਾ ਰਹੇ ਹਨ। ਤਾਂ ਉਹ ਐਸਾ ਨੌਲੇਜ ਇੰਨਾ ਕੁ ਥੱਲੇ ਤੱਕ ਜਾ ਚੁੱਕਿਆ ਕਿ ਤੁਸੀਂ ਥੋੜਾ ਜਿਹਾ ਮੈਨੇਜਮੈਂਟ ਦੀ ਗੱਲ ਹੈ। ਮੈਂ ਕੱਲ ਹੀ ਆਇਆ ਮੀਟਿੰਗ 'ਚ, ਉੱਥੇ ਸਾਡੀ ਮੀਟਿੰਗ ਸੀਗੀ ਜਿਹੜੇ ਬਰਨਾਲੇ ਜ਼ਿਲ੍ਹੇ ਦੇ ਤੇ ਹੋਰ ਆਸੇ ਪਾਸੇ ਫਰੀਦਕੋਟ ਦੇ ਜਿਹੜੇ ਨੇ ਤੁਹਾਡੇ ਕਿਚਨ ਗਾਰਡਨ ਵਾਲੇ ਬੰਦਿਆਂ ਨੂੰ ਮਿਲੇ ਸੀ। ਉਹ ਸਾਰੀ ਮੂਵਮੈਂਟ ਬਣ ਗਈ ਹੋਈ ਹੈ ਪਿੰਡਾਂ ਦੇ ਅੰਦਰ ਕਿ ਵੀ ਆਪਣੇ ਘਰ ਸਬਜ਼ੀਆਂ ਲਾਓ। ਤੇ ਉਹ ਕੁਛ ਸਬਜ਼ੀ ਬਾਹਰੋਂ ਲੈਂਦਾ ਹੀ ਨਹੀਂ ਹੈ। ਆਪਸ ਸ਼ੇਅਰਿੰਗ ਕਰਨੀ ਸ਼ੁਰੂ ਕਰਤੀ ਉਹਨਾਂ ਨੇ। ਆਲੇ ਦੁਆਲੇ ਸਭ ਨੇ ਸਬਜ਼ੀਆਂ ਲਾ ਰੱਖੀਆਂ ਆਪਾਂ ਆਪਣੇ ਵਿਹੜੇ 'ਚ। ਜੇ ਕਿਸੇ ਨੂੰ ਕੋਈ ਚੀਜ਼ ਕੋਈ ਘੱਟ ਹੁੰਦੀ ਹੈ ਜਾਂ ਕੋਈ ਕਦੇ ਮੁੱਕ ਜਾਂਦੀ ਤਾਂ ਉਹ ਨਾਲ ਦੇ ਗੁਆਂਢ ਤੋਂ ਮੰਗ ਲੈਂਦਾ ਤੇ ਅਗਲੀ ਵਾਰੀ ਗੁਆਂਢੀ ਨੂੰ ਦੇ ਦਿੰਦਾ। ਤਾਂ ਉਹ ਇੱਕ ਕਿਸਮ ਦਾ ਸੱਭਿਆਚਾਰ ਦੀ ਮੈਨੇਜਮੈਂਟ ਦੀ ਗੱਲ ਹੈ। ਜਿਹੜੀ ਫੂਡ ਦਾ ਮਸਲਾ ਜਾਂ ਮਸਲਾ ਉਹ ਇੱਕ ਤਾਂ ਆਬਾਦੀ ਵੱਧ ਨਹੀਂ ਰਹੀ। ਦੂਜੀ ਗੱਲ ਜੇ ਵੱਧ ਵੀ ਰਹੀ ਹੈ ਤਾਂ ਆਰਜੀ ਤੌਰ ਤੇ ਤਾਂ ਕੋਈ ਸਮੱਸਿਆ ਨਹੀਂ ਹੈ ਫੂਡ ਦੀ ਜਾਂ ਹੋਰ ਚੀਜ਼ਾਂ ਦੀ। ਆਲਰੇਡੀ ਗਲਟ ਹੈ ਸਾਡੇ ਕੋਲੇ, ਉਲਟਾ ਚੀਜ਼ਾਂ ਬਹੁਤ ਜ਼ਿਆਦਾ ਪੈਦਾ ਹੋ ਗਈਆਂ ਨੇ, ਉਹਨੀਆਂ ਕੰਜ਼ਿਊਮ ਨਹੀਂ ਹੋ ਰਹੀਆਂ। ਹਰ ਚੀਜ਼ ਦਾ ਹੜ੍ਹ ਆਇਆ ਪਿਆ। ਮਾਰਕੀਟ ਜਾ ਕੇ ਦੇਖੋ, ਹਰ ਚੀਜ਼ ਦਾ ਹੜ੍ਹ ਹੈ। ਚਾਹੇ ਕੱਪੜੇ ਲਾ ਲਓ, ਜੁੱਤੀਆਂ ਲਾ ਲਓ, ਫੂਡ ਲਾ ਲਓ, ਉਹ ਕੰਜ਼ਿਊਮ ਨਹੀਂ ਹੋ ਰਿਹਾ। ਔਰ ਸਾਡੇ ਵਰਗੇ 40% ਅਨਾਜ ਹਰ ਸਾਲ ਜਿਹੜਾ ਉਹ ਚੂਹੇ ਖਾ ਜਾਂਦੇ ਜਾਂ ਵੇਸਟ ਹੋ ਜਾਂਦਾ ਜਾਂ ਖਰਾਬ ਹੋ ਜਾਂਦਾ। 40% ਅਨਾਜ ਮਿਸਮੈਨੇਜਮੈਂਟ ਕਰਕੇ। ਤਾਂ ਮੈਨੇਜਮੈਂਟ ਕਰਕੇ ਕੋਈ ਚੀਜ਼ਾਂ ਦਾ ਵਿਗਾੜ ਆਉਣਾ ਵੱਖਰੀ ਗੱਲ ਹੈ। ਆਬਾਦੀ ਦਾ ਜਿਹੜਾ ਹੋਣਾ ਉਹ ਵੱਖਰੀ ਗੱਲ ਹੈ।
ਜਿਹੜੀ ਕਲਾਈਮੈਟਿਕ ਚੇਂਜ ਨਾਲ ਜੋੜ ਰਹੇ ਸੀ ਆਪਾਂ ਗੱਲ, ਇਹ ਬਿਲ ਗੇਟਸ ਜੋੜ ਰਿਹਾ ਕਿ ਕਲਾਈਮੈਟਿਕ ਚੇਂਜ ਆਬਾਦੀ ਦੇ ਵਧਣ ਕਰਕੇ ਹੋ ਰਹੀ ਹੈ। ਕਲਾਈਮੈਟਿਕ ਚੇਂਜ ਜਿਹੜੀ ਹੋ ਵੀ ਰਹੀ ਹੈ ਕਿ ਸਾਡਾ ਤਾਪਮਾਨ ਵਧ ਰਿਹਾ ਹੈ, ਜਾਂ ਸਾਡੇ ਜੰਗਲ ਕੱਟੇ ਜਾ ਰਹੇ ਹਨ, ਜਾਂ ਬਾਰਿਸ਼ਾਂ ਘਟ ਰਹੀਆਂ ਨੇ, ਜਾਂ ਉਹ ਆਬਾਦੀ ਨਾਲ ਕੋਈ ਤਲਕ ਨਹੀਂ ਹੈ ਉਹਦਾ, ਉਹ ਰਿਸੋਰਸ ਦੀ ਮਿਸਮੈਨੇਜਮੈਂਟ ਹੈ। ਤੁਸੀਂ ਆਪਣੇ ਕੁਦਰਤੀ ਸਾਧਨਾਂ ਨੂੰ ਐਸੇ ਗੰਦੇ ਢੰਗ ਨਾਲ ਵਰਤ ਰਹੇ ਹੋ। ਤੇ ਉਹ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਕੁਦਰਤ ਦੇ ਸਾਧਨ ਨੇ ਕੌਣ ਵਰਤ ਰਿਹਾ? ਗਰੀਬ ਨਹੀਂ ਵਰਤ ਰਿਹਾ, ਅਮੀਰ ਵਰਤ ਰਿਹਾ। ਇੱਕ ਇੱਕ ਅਮੀਰ ਬੰਦਾ 10-10 ਗਰੀਬ ਬੰਦਿਆਂ ਦੇ ਬਰਾਬਰ ਦੇ ਸਾਧਨ ਵਰਤ ਰਿਹਾ। ਤਾਂ ਸਾਧਨਾਂ ਦੇ ਉੱਪਰ ਜੇ ਅਗਰ ਕੋਈ ਬਰਡਨ ਹੈ, ਬੋਝ ਹੈ, ਤਾਂ ਉਹ ਜਿਹੜੀ ਤੁਹਾਡੇ ਜੀਵਨ ਦਾ ਜਾਂਚ ਹੈ, ਤੁਹਾਡੇ ਜਿਉਣ ਦਾ ਢੰਗ ਹੈ, ਜਿਹੜਾ ਅਮਰੀਕਨ ਸਟਾਈਲ ਆਫ ਲਾਈਫ ਹੈ ਕਿ ਵਰਤੋਂ ਤੇ ਛੱਡ ਦਿਓ, ਵਰਤੋਂ ਤੇ ਛੱਡ ਦਿਓ। ਸਾਡੇ ਤਾਂ ਇੱਥੇ ਰਿਵਾਜ ਹੀ ਉਲਟਾ। ਸਾਡੇ ਦੱਸਦੇ ਹੁੰਦੇ ਆ ਵੀ ਜੇ ਪਜਾਮਾ ਫਟ ਗਿਆ ਤਾਂ ਉਹਨੂੰ ਕੱਛਾ ਸਵਾ ਲੈਣਾ, ਤੇ ਕੱਛਾ ਫਟ ਗਿਆ ਤਾਂ ਪੋਣਾ ਬਣਾ ਲੈਣਾ। ਤੇ ਉਹ ਸਾਡਾ ਤਾਂ ਕਾਰ ਜਿਹੜੀ ਹੈ ਇੱਕ ਵਾਰੀ ਲੱਲੀ ਤੇ ਮੁੜ ਕੇ ਸਾਰੀ ਉਮਰ ਚੱਲੀ ਜਾਣੀ ਹੈ। ਉੱਥੇ ਇਹ ਤਾਂ ਅਮੀਰ ਦਾ ਕਲਚਰ ਹੈ ਕਿ 2 ਸਾਲ ਕਾਰ ਲੈਣੀ ਤੇ ਤੀਜੇ ਸਾਲ ਜਿਹੜੀ ਉਹਨੂੰ ਵੇਚ ਕੇ ਨਵੀਂ ਲੈਣੀ ਹੈ, ਜਾਂ ਲੇਟੈਸਟ ਮਾਡਲ ਲੈਣਾ। ਹਰ ਚੀਜ਼ 'ਚ ਏਦਾਂ। ਫੂਡ ਜਿਹੜਾ ਵੇਸਟੇਜ ਹੈ ਅਮਰੀਕਾ 'ਚ ਨੋਨ ਹੈ ਕਿ 40% ਫੂਡ ਵੇਸਟ ਹੋ ਰਿਹਾ। ਸਿੱਟ ਦਿੰਦੇ ਆ, ਪਲੇਟਾਂ ਭਰਦੇ ਆ ਤੇ ਮੁੜ ਕੇ ਸਿੱਟ ਦਿੰਦੇ ਆ। ਉਹ ਕਿਤੇ ਨਾ ਕਿਤੇ ਜਿਹੜੀ ਅਮੀਰ ਬੰਦੇ ਦੀ ਲਾਈਫ ਸਟਾਈਲ ਹੈ ਉਹ ਬਹੁਤ ਜ਼ਿਆਦਾ ਜਿਹੜਾ ਹੈ ਉਹ ਹੈ। ਤੇ ਦੂਜੀ ਗੱਲ ਮਿਸਮੈਨੇਜਮੈਂਟ ਹੈ। ਤੀਜੀ ਗੱਲ ਜਿਹੜਾ ਕਲਾਈਮੈਟਿਕ ਚੇਂਜ ਦਾ ਕਾਰਨ ਹੈ ਪੈਟਰੋ ਬੇਸਡ, ਆਇਲ ਬੇਸਡ ਇਕਨੋਮੀ। ਆਇਲ ਬੇਸਡ ਇਕਨੋਮੀ ਕਿ ਤੁਸੀਂ ਇੰਨਾ ਜ਼ਿਆਦਾ ਤੇਲ ਫੂਕ ਰਹੇ ਹੋ, ਇੰਨਾ ਜ਼ਿਆਦਾ ਪੈਟਰੋਲ ਤੇ ਡੀਜ਼ਲ ਤੇ ਫੂਕ ਰਹੇ ਹੋ, ਜਿਹੜਾ ਉਹਦੇ ਅੰਦਰ ਜਿਹੜਾ ਉਹਦਾ ਕਲਾਈਮੈਟਿਕ ਚੇਂਜ ਹੋ ਰਹੀ ਹੈ, ਉਹਦੇ ਨਾਲ ਤਲਕ ਹੈ। ਜਾਂ ਜੰਗਲਾਂ ਨੂੰ ਤੁਸੀਂ ਤਬਾਹ ਕਰ ਕਰਕੇ ਉੱਥੇ ਇੰਡਸਟਰੀਆਂ ਲਾਉਣਾ ਚਾਹੁੰਦੇ ਹੋ। ਜੰਗਲਾਂ ਨੂੰ ਤਬਾਹ ਜਿਹੜਾ ਕਰ ਰਹੇ ਹੋ, ਉਹਦੇ ਨਾਲ ਆਬਾਦੀ ਦਾ ਕੋਈ ਤਲਕ ਨਹੀਂ ਹੈ। ਜੰਗਲ ਬੜੇ ਆਰਾਮ ਨਾਲ ਰੱਖੇ ਜਾ ਸਕਦੇ ਆ, ਆਬਾਦੀ ਵੀ ਰੱਖੀ ਜਾ ਸਕਦੀ, ਦੋਨੋਂ ਗੱਲਾਂ ਇਕੱਠੀਆਂ ਹੋ ਸਕਦੀਆਂ ਨੇ। ਆਬਾਦੀ ਜੰਗਲਾਂ 'ਚ ਕੰਮ ਕਰੇ, ਜੰਗਲਾਂ ਤੇ ਆਧਾਰਿਤ ਕਰੋ। ਜੰਗਲ ਬੇਸ ਤਾਂ ਸਾਡਾ ਸਮਾਜ ਰਿਹਾ, ਮੁੱਦਤਾਂ ਤੋਂ ਰਿਹਾ। ਅੱਜ ਵੀ ਜੰਗਲ ਬੇਸ ਜਿਹੜੇ ਗਰੀਬ ਨੇ ਛੱਤੀਸਗੜ੍ਹ ਦੇ ਅੰਦਰ, ਉੜੀਸਾ ਦੇ ਅੰਦਰ ਜਿਹਨਾਂ ਫਾਰੈਸਟ ਬੇਸ ਨੇ, ਉਹ ਜੰਗਲ ਉਹਨਾਂ ਲਈ ਜਿਹਨੂੰ ਕਹਿੰਦੇ ਆ ਰੋਜ਼ੀ ਰੋਟੀ ਹੈ। ਇਸ ਕਰਕੇ ਜੰਗਲਾਂ ਨੂੰ ਕੱਟਣਾ ਤਾਂ ਕੋਈ ਜ਼ਰੂਰੀ ਨਹੀਂ ਹੈ ਆਬਾਦੀ ਵਾਸਤੇ। ਆਬਾਦੀ ਦਾ ਕੋਈ ਤਲਕ ਨਹੀਂ ਜੰਗਲ ਦਾ। ਇਸ ਕਰਕੇ ਇਹਦੀਆਂ ਗੱਲਾਂ ਨੇ ਜਿਹੜੀਆਂ ਆਪਾਂ ਬਹੁਤ ਸਾਰੀਆਂ ਫੂਡ ਸ਼ਾਰਟੇਜ ਦੀ ਆਪਾਂ ਗੱਲ ਹੋ ਗਈ, ਜਿਹੜੇ ਹੈ ਜਿਹੜਾ ਕੰਮ ਦਾ ਢੰਗ ਹੈ ਤੇ ਪੜ੍ਹਾਈ ਹੈ। ਹੁਣ ਪੜ੍ਹਾਈ ਜਿਹੜੀ ਅੱਜ ਸਾਡੀ ਪੜ੍ਹਾਈ ਜਿਹਨੂੰ ਕਰਾਈ ਜਾ ਰਹੀ ਹੈ, ਇਹ ਕੀ ਕਰ ਰਹੀ ਹੈ? ਪੜ੍ਹਾਈ ਸਾਡੇ ਬੱਚਿਆਂ ਨੂੰ ਉਲਟਾ ਜਿਹੜਾ ਹੈ ਏਦਾਂ ਦਾ ਪੜ੍ਹਾਇਆ ਜਾ ਰਿਹਾ ਹੈ ਕਿ ਉਹ ਕਿਸੇ ਕੰਮ ਦੇ ਨਹੀਂ ਰਹਿ ਰਹੇ। ਉਹ ਜੀਵਨ ਵਾਲੀ ਪੜ੍ਹਾਈ ਨਹੀਂ ਹੈਗੀ, ਲਾਈਫ ਓਰੀਐਂਟਡ ਪੜ੍ਹਾਈ ਨਹੀਂ ਹੈਗੀ। ਉਹ ਇੱਕ ਖਾਸ ਕਿਸਮ ਦੇ ਤੁਹਾਨੂੰ ਪੁਰਜੇ ਬਣਾਉਣ ਲਈ ਪੜ੍ਹਾਈ ਕਰਾਈ ਜਾਂਦੀ ਸੀਗੀ। ਪਹਿਲਾਂ ਅੰਗਰੇਜ਼ਾਂ ਵਾਲੇ ਕਹਿੰਦੇ ਸੀ ਕਲਰਕ ਬਣਾਉਣੇ ਅਸੀਂ, ਤੇ ਹੁਣ ਵੀ ਉਹੀ ਚਲੀ ਜਾਂਦੀ ਹੈ ਵੀ ਜੇ ਤੁਹਾਡੇ ਪਰਟੀਕੂਲਰ ਫਿੱਟ ਹੋਣ ਲਈ ਤੁਹਾਡੀ ਜਿਹੜਾ ਸਰਮਾਏਦਾਰੀ ਦਾ ਸਿਸਟਮ ਚੱਲਦਾ ਉਹ 'ਚ ਫਿੱਟ ਕਰਨ ਲਈ ਕਿਤੇ ਨਾ ਕਿਤੇ ਤੁਹਾਨੂੰ ਤਿਆਰ ਕੀਤਾ ਜਾਂਦਾ। ਤੇ ਉਹ ਜੇ ਫਿੱਟ ਤੁਸੀਂ ਨਹੀਂ ਹੁੰਦੇ ਤਾਂ ਤੁਸੀਂ ਢਿੱਲੇ ਦੇ ਨਹੀਂ। ਹੁਣ ਅੱਜ ਕਿਸਾਨ ਦਾ ਬੱਚਾ ਜੇ ਅਗਰ ਪੜ੍ਹ ਲਿਖ ਜਾਂਦਾ ਉਹ ਖੇਤੀ ਤੋਂ ਵੀ ਜਾਂਦਾ। ਅਗਰ ਦੁਕਾਨਦਾਰ ਦਾ ਬੱਚਾ ਪੜ੍ਹ ਲਿਖ ਜਾਂਦਾ ਤਾਂ ਦੁਕਾਨ ਤੋਂ ਵੀ ਜਾਂਦਾ। ਇਹ ਕਿੱਧਰ ਦੀ ਖੇਤੀ, ਇਹ ਕਿੱਧਰ ਦੀ ਪੜ੍ਹਾਈ ਹੈ? ਪੜ੍ਹਾਈ ਦਾ ਮਤਲਬ ਹੁੰਦਾ ਤੁਸੀਂ ਬੰਦੇ ਨੂੰ ਜੀਵਨ ਜੋ ਜਿਉਣਾ ਹੈ ਉਹਦੇ ਹਿਸਾਬ ਨਾਲ ਐਜੂਕੇਸ਼ਨ ਦਿਓ। ਤੇ ਅੱਜ ਤਾਂ ਗੱਲ ਹੀ ਉਲਟੀ ਆ। ਪੜ੍ਹਾਈ ਤੁਹਾਡਾ ਸੱਭਿਆਚਾਰ ਖਰਾਬ ਕਰਦੀ ਹੈ, ਤੁਹਾਡੇ ਸਮਾਜਿਕ ਰਿਸ਼ਤੇ ਖਰਾਬ ਕਰਦੀ ਹੈ, ਤੁਹਾਨੂੰ ਸੈਲਫਿਸ਼ ਬਣਾਉਂਦੀ ਹੈ, ਤੁਹਾਨੂੰ ਆਪਣੇ ਕੁੱਤੇ ਨਾਲ ਤੋੜਦੀ ਹੈ, ਤੁਹਾਨੂੰ ਜਿਹੜੀ ਆਪਣੇ ਕਿੱਤੇ ਨਾਲ ਨਫ਼ਰਤ ਕਰਨਾ ਸਿਖਾਉਂਦੀ ਹੈ। ਕਿਸਾਨ ਦੇ ਬੱਚੇ ਖੇਤੀ ਨੂੰ ਨਫ਼ਰਤ ਕਰ ਰਹੇ ਹੈ। ਇਹ ਕਿਤੇ ਨਾ ਕਿਤੇ ਜਿਹੜਾ ਹੈ ਸਾਰਾ ਵਰਤਾਰਾ ਜਿਹੜਾ ਉਹ ਪੜ੍ਹਾਈ ਦੀ ਮੈਨੇਜਮੈਂਟ ਹੈ। ਸੇਮ ਸਿਹਤ ਦੀ ਹੈ। ਸਿਹਤ ਦੀ ਮੈਨੇਜਮੈਂਟ ਹੀ ਇੰਨੀ ਗੰਦੀ ਹੈ ਕਿ ਤੁਹਾਨੂੰ ਧੰਦਾ ਬਣਾਤਾ ਉਹਨੇ, ਤੁਹਾਨੂੰ ਲੁੱਟਣਾ ਉਹਨਾਂ ਸਿਹਤ ਦੇ ਰਾਹੀਂ। ਜੇ ਸਿਹਤ ਜਿਹੜਾ ਆਪਾਂ ਮਾਡਲ ਪ੍ਰਚਾਰ ਰਹੇ ਹਾਂ ਉਹਦੇ 'ਚ 90% ਤਾਂ ਬਿਮਾਰੀ ਹੋਣ ਦਾ ਕਾਰਨ ਹੀ ਖਤਮ ਹੋ ਜਾਣਗੇ। 10% ਮਾੜੀ ਮੋਟੀ ਸੱਟ ਫੇਟ ਲੱਗੀ ਜਾਂ ਕੋਈ ਬਹੁਤ ਬਜ਼ੁਰਗ ਹੋ ਗਏ ਜਿਹੜੇ ਬੰਦੇ ਉਹਨਾਂ ਲਈ ਕਰਨਾ ਪਏਗਾ। ਅਦਰਵਾਈਜ਼ ਤਾਂ ਕੋਈ ਕਿਸੇ ਨੂੰ ਲੋੜ ਨਹੀਂ ਬਹੁਤ ਪੈਣੀ ਚਾਹੀਦੀ ਉਹਦੀ ਸਿਹਤ ਦੀ। ਉਹ ਸਾਰਾ ਦਾ ਸਾਰਾ ਕਿਤੇ ਨਾ ਕਿਤੇ ਉਹ ਤਾਂ ਆਪਣੇ ਸਾਹਮਣੇ ਆ। ਜੋ ਜਿਹੜੀ ਸੋ ਕਾਲਡ ਬਿਮਾਰੀ ਆਈ ਹੈ ਐਪੀਡੈਮਿਕ ਹੈ, ਉਹਨੇ ਕੀ ਕੀਤਾ? ਉਹਦੇ ਦੇਖੋ ਕਿੱਡਾ ਇਰਰੈਸ਼ਨਲ ਗੱਲ ਹੈ। ਉਹੀ ਮੰਤਰੀ ਕਹਿ ਰਹੇ ਕਿ ਟੀਕਾਕਰਨ ਹੋਣਾ ਚਾਹੀਦਾ, ਜੋ ਬਹੁਤ ਜ਼ਰੂਰੀ ਹੈ ਕਿ ਟੀਕਾਕਰਨ ਤੋਂ ਬਿਨਾਂ ਸਾਡਾ ਨਹੀਂ ਸਰਦਾ। ਉਹੀ ਜਿਹੜਾ ਹੈ ਉਹ ਬਾਬੇ ਰਾਮਦੇਵ ਦੇ ਉਹਦੇ 'ਚ ਆਯੁਰਵੈਦਿਕ ਦੀ ਦਵਾਈ ਦੇ ਇਨੋਗ੍ਰੇਸ਼ਨ 'ਚ ਵੀ ਉਹੀ ਮੰਤਰੀ ਪਹੁੰਚ ਜਾਂਦਾ ਹੈ, ਹਰਸ਼ਵਰਧਨ ਜੀ। ਉਹਨੂੰ ਪੁੱਛੇ ਵੀ ਟੀਕਾ ਵੀ ਲਵਾਓ, ਬਾਬੇ ਰਾਮਦੇਵ ਦੀ ਦਵਾਈ ਵੀ ਖਾਓ, ਮਾਸਕ ਵੀ ਲਾਓ, ਸੋਸ਼ਲ ਡਿਸਟੈਂਸਿੰਗ ਵੀ ਕਰੋ। ਤੇ ਫਿਰ ਕਿਹੜੀ ਗੱਲ ਤੁਹਾਡੀ ਕਿਹੜੀ ਦਲੀਲ ਮੰਨੀ ਅਸੀਂ? ਜੇ ਬਾਬੇ ਰਾਮਦੇਵ ਦੀ ਦਵਾਈ ਇਫੈਕਟਿਵ ਹੈ
ਫਿਰ ਤੁਸੀਂ ਟੀਕਾਕਰਨ ਕਰਨ ਨੂੰ ਕਿਉਂ ਕਹਿੰਦੇ ਜੋ ਜਿਹੜਾ ਟੀਕਾ ਨਾ ਤਾਂ ਐਥੀਕਲੀ ਉਹ ਠੀਕ ਹੈ ਤੇ ਨਾ ਉਹ ਸੇਫ ਹੈ ਨਾ ਉਹ ਇਫੈਕਟਿਵ ਹੈ, ਉਹ ਵੀ ਕਿੱਡਾ ਵੱਡਾ ਫਰਾਡ ਹੈ। ਇਹ ਕਿਤੇ ਨਾ ਕਿਤੇ ਜਿਹੜਾ ਉਹ ਸਾਰਾ ਮਾਡਲ ਹੈ ਨਾ, ਮਾਡਲ ਗਲਤ ਹੈ, ਨਾ ਕਿ ਕੋਈ ਸਮੱਸਿਆਵਾਂ ਆਬਾਦੀ ਕਰਕੇ ਨੇ। ਉਹਨੂੰ ਆਬਾਦੀ ਨਾਲ ਜੋੜਤਾ ਜਾਂਦਾ ਹੈ ਤਾਂ ਕਿ ਤੁਹਾਨੂੰ ਸੱਚ ਸਮਝ ਨਾ ਆਵੇ, ਸੱਚ ਨੂੰ ਲੁਕਾਉਣ ਵਾਸਤੇ, ਸੱਚ ਨੂੰ ਲੋਕਾਂ ਨੂੰ ਕਹਿਣ ਲਈ ਕਿ ਤੁਸੀਂ ਆਪ ਹੀ ਵਧੀ ਜਾਂਦੇ ਹੋ ਸੂਰਾਂ ਵਾਂਗੂ, ਅਸੀਂ ਕੀ ਕਰ ਸਕਦੇ ਹਾਂ। ਇਹ ਦਲੀਲ ਜਿਹੜੀ ਹੈ ਬਹੁਤ ਗਰੀਬਾਂ ਦੇ ਖਿਲਾਫ ਵਰਤੀ ਜਾਂਦੀ ਹੈ, ਜਿਹੜੀ ਕਿ ਕੋਈ ਉਹਦਾ ਸਾਇੰਟੀਫਿਕ ਬੇਸਿਸ ਨਹੀਂ ਹੈਗਾ। ਤਾਂ ਮੇਰੇ ਖਿਆਲ 'ਚ ਹਾਂਜੀ ਅਮਰਜੀਤ ਸਿੰਘ ਸ਼ੀਨੀਵਾਲ ਨੇ ਹੈਂਡ ਰੇਜ਼ ਕੀਤਾ ਸੀ। ਜੀ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਤੇ ਹਾਂਜੀ ਟੌਪਿਕ ਜਿਹੜਾ ਚੁਣਿਆ ਸੀਗਾ ਮੈਂ ਇਹਦੇ ਤੇ ਇੱਕ ਤੁਹਾਨੂੰ ਜਿਵੇਂ ਜਿਹੜੀ TFR ਟੋਟਲ ਫਰਟੀਲਿਟੀ ਰੇਟ ਦੀ ਡਾਕਟਰ ਸਾਹਿਬ ਨੇ ਗੱਲ ਕਰੀ ਆ, ਇਹ ਦੁਨੀਆ 'ਚ ਜੇ ਸਭ ਤੋਂ ਵੱਧ ਹੈ ਤਾਂ ਅਫਰੀਕਨ ਮੁਲਕਾਂ 'ਚ ਹੈਗੀ ਆ 6 ਤੇ 7 ਹੈ, ਤੇ ਯੂਰਪ ਤੇ ਨਾਰਥ ਅਮਰੀਕਾ ਦੇ ਵਿੱਚ ਆਲਮੋਸਟ 1.5 ਤੋਂ ਪੌਣੇ 2% ਤੱਕ ਹੀ ਹੈਗੀ ਆ। ਏਸ਼ੀਆ ਦੇ ਵਿੱਚ ਜੇ ਸਾਡੀਆਂ ਕੰਟਰੀਆਂ ਨੇ ਵੱਡੀਆਂ, ਉਹਨਾਂ 'ਚ ਮੋਸਟਲੀ 2 ਤੇ ਹੀ ਹੈਗੀ ਆ ਐਵਰੇਜ। ਮੈਂ ਇੰਡੀਆ ਦੀ ਵੀ ਘਟੀ ਆ 2.4 ਸੀਗੀ, 2.2 ਹੋ ਗਈ ਹੁਣ। ਵੱਧ ਤਾਂ ਅਫਗਾਨਿਸਤਾਨ ਦੀ ਸਭ ਤੋਂ ਵੱਧ ਹੈ ਤਾਂ ਉਹ 5 ਤੇ ਹੈ। ਇਹਦੇ 'ਚ ਉਹਨਾਂ ਦੇ ਠੋਸ ਰੱਖਿਆ ਨਾ ਉਹਨਾਂ ਨੇ, ਉਹ ਤਾਂ ਸਾਰੇ ਲੜਾਈ ਉਹਨਾਂ ਦੇ ਯੰਗ ਬੱਚਿਆਂ ਨੇ, ਉਹ ਲੜਾਈ ਤਾਂ ਲਗਾਤਾਰ ਲੜਾਈ ਠੋਸੀ ਜਾਂਦੇ ਆ। ਜੀ ਉਹਨਾਂ ਦੂਜੇ ਪਾਸੇ ਤਾਂ ਸੋਚਣ ਨਹੀਂ ਦੇ ਰਹੇ, ਉਹਨਾਂ ਦੇ ਲਗਾਤਾਰ ਤੁਸੀਂ ਵਾਰ ਠੋਸ ਰੱਖੀ ਹੈ ਪਿਛਲੇ ਕਿੰਨੇ ਸਾਲਾਂ ਤੋਂ। ਹੁਣ ਉਹ ਯੰਗ ਬੱਚੇ ਮਰੀ ਜਾਂਦੇ ਆ, ਉਹ ਹੋਰ ਪੈਦਾ ਕਰੀ ਜਾਂਦੇ ਆ, ਫਿਰ ਉਹਨਾਂ ਦੀ ਸਿਕਿਉਰਿਟੀ ਹੈ ਬੱਚੇ, ਉਹ ਕਿਉਂ ਨਹੀਂ ਕਰਨਗੇ। ਤੇ ਦੂਜੀ ਡਾਕਟਰ ਸਾਹਿਬ ਜਿਵੇਂ ਆਪਾਂ ਗੱਲ ਕਰ ਰਹੇ ਨਾ, ਜਿਵੇਂ ਰਿਸੋਰਸ ਦੀ ਆਪਾਂ ਕਹਿੰਦੇ ਵੀ ਆਬਾਦੀ ਵੱਧ ਗਈ ਜੀ, ਰਿਸੋਰਸ ਜ਼ਿਆਦਾ ਲੈ ਕੇ, ਉਹਦੇ 'ਚ ਹੁਣ ਜਿਵੇਂ ਆਪਾਂ ਵੀ ਦੇਖ ਰਹੇ ਹਾਂ ਵਰਤਾਰਾ, ਚਾਹੇ ਵੀ ਗਰੀਬ ਹੋ ਰਿਹਾ, ਅਮੀਰ ਹੋ ਰਿਹਾ, ਜਿਹੜੀ ਅਨਈਵਨ ਡਿਸਟਰੀਬਿਊਸ਼ਨ ਹੈਗੀ ਆ ਰਿਸੋਰਸਿਸ ਦੀ, ਉਹ ਬਹੁਤ ਜ਼ਿਆਦਾ ਹੈ, ਖਾਸ ਕਰਕੇ ਆਪਣੇ ਏਸ਼ੀਅਨ ਕੰਟਰੀ ਦੇ ਵਿੱਚ ਤਾਂ ਜ਼ਿਆਦਾ ਹੈਗੀ ਆ ਵੀ ਉੱਥੇ। ਮਤਲਬ ਕਿ ਖਾਸ ਕਰਕੇ ਚਲੋ ਵੈਸਟਰਨ ਦੇ ਵਿੱਚ ਰਿਸੋਰਸ ਤਾਂ ਇਹ ਜਿਹੜੇ ਇੰਡਸਟਰੀਅਲਿਸਟ ਕਾਰਪੋਰੇਟ ਆ ਉਹ ਅੰਨਾ ਤੋਂ, ਜਿਵੇਂ ਤੁਸੀਂ ਆਖਿਆ ਨਾ ਵਨ ਟਾਈਮ ਯੂਜ਼, ਉਹ ਵੇਸਟ ਬਹੁਤ ਕਰਦੇ ਨੇ ਇਹ, ਕਿਉਂਕਿ ਫੂਡ ਦੀ ਲਾ ਲਓ ਹੋਰ ਚੀਜ਼ਾਂ ਦੀ, ਹੈ ਨਾ, ਉਹ ਕਰਦੇ ਨੇ। ਕਿਉਂਕਿ ਕੁਛ ਵੀ ਕਹਿ ਲਓ ਜਿਹੜੀ ਇਹਨਾਂ ਨੇ ਡੇਟ ਲਿਖਤੀ, ਜਿਵੇਂ ਤੁਸੀਂ ਗਰੋਸਰੀ ਸਟੋਰ ਨੇ ਵੀ ਆਹ ਤਰੀਕ ਤੋਂ ਬਾਅਦ ਤੁਸੀਂ ਐਕਸਪਾਇਰ ਹੈਗੀ ਆ, ਉਹ ਡੰਪ ਕਰਦੇ ਨੇ ਸ਼ਾਮ ਨੂੰ, ਜਿਹੜੇ ਇਹਨਾਂ ਦੇ ਸਟੋਰ ਵੀ ਹੁੰਦੇ ਆ ਨਾ, ਤੇ ਉਹ ਚੀਜ਼ ਤਾਂ ਹੈਗੀ। ਪਰ ਇੰਡੀਆ ਦੇ ਵਿੱਚ ਖਾਸ ਕਰਕੇ ਜਿਵੇਂ ਰਿਸੋਰਸਿਸ ਦੀ ਕਮੀ ਨਹੀਂ ਹੈਗੀ, ਤੇ ਅਨਈਵਨ ਡਿਸਟਰੀਬਿਊਸ਼ਨ ਉਹ ਲਗਾਤਾਰ ਉਹ ਚੀਜ਼ 'ਚ ਵਾਧਾ ਹੋ ਰਿਹਾ। ਚਾਹੇ ਅਸੀਂ ਦਿਨ ਬ ਦਿਨ ਦੇਖ ਰਹੇ ਹਾਂ ਵੀ ਮਤਲਬ ਕਿ ਚਾਹੇ ਤੁਸੀਂ ਪੈਸਾ ਉਹ 10 ਕੁ ਪਰਿਵਾਰਾਂ ਕੋਲ ਇਕੱਠਾ ਹੋ ਰਿਹਾ, 10 ਕੀ ਹੁਣ ਤਾਂ 2-3 ਹੀ ਰਹਿ ਗਏ ਵੱਡੇ। ਮਤਲਬ ਕਿ ਉਹ ਜਿਹੜਾ ਕਲਚਰ ਹੈਗਾ ਇੰਡੀਆ ਦੇ ਵਿੱਚ ਆਪਣੇ, ਉਹ ਕਿਤੇ ਨਾ ਕਿਤੇ ਘਾਤਕ ਹੈਗਾ ਵੀ। ਇੱਥੇ ਕੀ ਹੈ, ਸੁਣਵਾਈ ਹੈ ਨਹੀਂ, ਜਿਵੇਂ ਤੁਸੀਂ ਕਿਹਾ ਵੀ ਜਸਟਿਸ ਸਿਸਟਮ ਤਾਂ ਬਿਲਕੁਲ ਹੀ ਹੈ ਨਹੀਂ ਗਾ। ਜੋ ਮਤਲਬ ਕਿ ਫ੍ਰੀ ਕਰਨ ਦੀ ਗੱਲ, ਤੁਹਾਡਾ ਸੁਝਾਅ ਮਤਲਬ ਕਿ ਮੱਚ ਬੈਟਰ ਹੈਗਾ, ਕਿਉਂਕਿ ਤੁਸੀਂ ਅਫੋਰਡ ਹੀ ਨਹੀਂ ਕਰ ਸਕਦੇ। ਈਵਨ ਤੁਸੀਂ ਲੋਕਲ ਕੋਰਟ ਤਾਂ ਛੱਡੋ, ਤੁਸੀਂ ਜਿਵੇਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਚੰਗੇ ਬੰਦੇ ਨਹੀਂ ਤੁਸੀਂ ਅਫੋਰਡ ਕਰ ਸਕਦੇ ਉਹਨਾਂ ਨੂੰ। ਜਿਹੜਾ ਤੁਸੀਂ ਇੱਕ ਤਰ੍ਹਾਂ ਨਾਲ ਜਿਹੜਾ ਤੁਸੀਂ ਖਾਸ ਕਰਕੇ ਪਿਛਲੇ ਕੁਝ ਸਾਲਾਂ ਤੋਂ ਤਾਂ ਤੁਹਾਡਾ ਜਿਹੜਾ ਮੀਡੀਆ ਹਾਊਸਸ ਨੇ ਉਹ ਸਾਰੇ ਕਾਰਪੋਰੇਟਸ ਦੇ ਨੇ, ਤੁਹਾਡਾ ਜੁਡੀਸ਼ਰੀ ਹੈਗੀ ਆ ਉਹ ਤੁਹਾਡੀ ਕਹਿ ਲਓ ਗੱਲ ਕੋਈ ਫ੍ਰੀ ਐਂਡ ਫੇਅਰ ਨਹੀਂ ਹੈਗੀ। ਮਤਲਬ ਕਿ ਤੁਸੀਂ ਜਾਓਗੇ ਕਿੱਥੇ? ਜਿਵੇਂ ਹੁਣ ਆਪਾਂ ਸੰਘਰਸ਼ ਦਾ ਵੀ ਦੇਖ ਰਹੇ ਹਾਂ, ਗੱਲ ਕੋਈ ਸੁਣਵਾਈ ਹੈ ਹੀ ਕੋਈ ਨਹੀਂ, ਪੁੱਛਣ ਵਾਲੇ ਹੀ ਕੋਈ ਨਹੀਂ, ਦੱਸਣ ਵਾਲੇ ਕੋਈ ਨਹੀਂ, ਪਾਈ ਜਾਓ ਰੌਲਾ। ਤੁਸੀਂ ਪੀਸਫੁਲ ਪ੍ਰੋਟੈਸਟ ਕਰੀ ਜਾਂਦੇ ਹੋ, ਸਾਰੀ ਦੁਨੀਆ ਰੌਲਾ ਪਾਈ ਜਾਂਦੀ ਹੈ। ਤੁਸੀਂ ਪੈਟਰੋਲ ਤੇ ਰੌਲਾ ਕਿੰਨਾ ਪੈ ਗਿਆ, 100 ਰੁਪਏ ਤੇ ਹੋ ਗਿਆ ਤੁਹਾਡਾ। ਈਵਨ ਦਾ ਕਰੂਡ ਆਇਲ, ਜੇ ਅੱਜ ਮੈਂ ਕਿਸੇ ਮੰਤਰੀ ਦੀ ਸੁਣ ਰਿਹਾ ਸੀਗਾ, ਉਹ ਕਹਿ ਰਿਹਾ ਜੀ ਵੀ ਇਹ ਤਾਂ ਜੀ ਜਿਹੜੇ ਪੈਟਰੋਲ ਦੇ ਪ੍ਰਾਈਸਿਸ ਨੇ, ਜੋ ਆਇਲ ਪ੍ਰਾਈਸਿਸ, ਵੀ ਇਹ ਸਾਡੇ ਤੇ ਨਿਰਭਰ ਨਹੀਂ, ਇਹ ਤਾਂ ਅਸੀਂ ਬਾਹਰੋਂ ਖਰੀਦਦੇ ਹਾਂ ਇੰਟਰਨੈਸ਼ਨਲ ਲੈਵਲ ਤੇ। ਵੀ ਉਹਨਾਂ ਨੂੰ ਪੁੱਛਣਾ ਨਾ ਹੋਵੇ ਭਾਈ ਤੁਹਾਡਾ ਜਿਹੜਾ ਬੈਰਲ ਹੈਗਾ, ਉਹ ਬੈਰਲ ਤਾਂ ਤੁਹਾਡਾ $50-55 ਤੇ ਹੈਗਾ ਹੁਣ ਇਸ ਟਾਈਮ। ਜਦੋਂ 110 ਤੇ ਸੀਗਾ ਉਦੋਂ ਵੀ ਇੰਨੇ ਪ੍ਰਾਈਸ ਨਹੀਂ ਸੀਗੇ। ਗੱਲ ਵੀ ਤੁਸੀਂ 30-35 ਰੁਪਏ ਦਾ ਤੁਹਾਡਾ ਤੇਲ ਹੈਗਾ, ਉਹਦੇ ਤੇ ਵੀ ਤੁਹਾਨੂੰ ਪ੍ਰੋਫਿਟ ਮਿਲਦਾ, ਤੁਸੀਂ 60 ਰੁਪਏ ਉੱਤੋਂ ਕਮਾਈ ਜਾਂਦੇ ਹੋ ਟੈਕਸ ਲਾ ਕੇ। ਗੱਲ ਤਾਂ ਹੁਣ ਕੀ ਕਰਾਂਗੇ, ਮਤਲਬ ਕਿ ਹੁਣ ਲੋਕਾਂ ਦਾ ਸਿਸਟਮ ਹੀ ਇਹਨਾਂ ਨੇ ਇਹੋ ਜਿਹਾ ਕਰ ਦੇਣਾ ਗਾ। ਕਿਉਂਕਿ ਤੁਸੀਂ ਜਿਵੇਂ ਦੇਖੋਗੇ ਵੀ ਇਹ ਇੱਕ ਜਿਵੇਂ ਸਰਕਾਰ ਦੀਆਂ ਕਾਫੀ ਨੀਤੀਆਂ, ਤੁਸੀਂ ਕਿਹੜਾ ਮੰਤਰੀ ਬੋਲਦਾ ਗਾ, ਉਹ ਇੱਕ ਹੀ ਸਵਾਲ ਹੁੰਦਾ ਉਹਦਾ ਵੀ ਨਹੀਂ ਜੀ ਇਹ ਤਾਂ ਪ੍ਰਾਈਵੇਟਾਈਜੇਸ਼ਨ ਬਿਨਾਂ ਤਾਂ ਅਸੀਂ ਡਿਵੈਲਪਮੈਂਟ ਕਰ ਹੀ ਨਹੀਂ ਸਕਦੇ। ਅਸੀਂ ਡਿਵੈਲਪਮੈਂਟ ਹੋ ਰਹੀ ਹੈ ਜੀ, ਤੁਸੀਂ ਆਪਣੇ ਜਿਹੜੀ ਪਬਲਿਕ ਸੈਕਟਰ PSU ਨੇ ਕਿਉਂ ਵੇਚ ਰਹੇ ਹੋ? ਉਹ ਕਹਿੰਦੇ ਜੀ ਤਾਂ ਡਿਵੈਲਪਮੈਂਟ ਹੀ ਨਹੀਂ ਹੋ ਸਕਦੀ, ਅਸੀਂ
ਪੈਸਾ ਇਕੱਠਾ ਕਰਨਾ। RBI ਦਾ ਜਿਹੜਾ ਕੁਝ ਵੀ, ਰਿਜ਼ਰਵ ਬੈਂਕ ਦਾ ਕੁਝ ਵੀ ਰਿਜ਼ਰਵ ਨਹੀਂ ਰਹਿ ਗਿਆ ਗੱਲ। ਈਵਨ ਇੱਕ ਮੈਂ ਹੋਰ ਪੜ੍ਹ ਰਿਹਾ ਸੀਗਾ, ਇੰਡੀਆ ਟੂਡੇ ਦਾ ਚ ਸੀਗੀ ਖਬਰ ਅੱਜ, ਮਤਲਬ ਕਿ ਅੱਜ ਦੀ ਨਹੀਂ ਸੀ, ਕਾਫੀ ਪਹਿਲਾਂ ਦੀ ਸੀਗੀ, ਸਾਲ 1.5 ਸਾਲ ਦੀ। ਉਹਨਾਂ ਨੇ ਕਿਹਾ ਸੀ ਕਿ ਵੀ ਪਿਛਲੇ 6 ਸਾਲਾਂ ਦੇ ਵਿੱਚ ਇੰਡੀਆ ਦਾ ਡੈਪਟ ਹੈਗਾ ਜਿਹੜਾ ਉਹ 50% ਵਧਿਆ, ਵੀ 84 ਲੱਖ ਕਰੋੜ ਰੁਪਈਆ ਕਰਜ਼ਾ ਹੋ ਗਿਆ ਸਾਡੇ ਤੇ ਹੁਣ। ਇੱਕ ਤਰ੍ਹਾਂ ਨਾਲ ਤੁਸੀਂ ਕਹਿ ਲਓ ਵੀ ਦੇਸ਼ ਗੁਲਾਮੀ ਵੱਲ ਵੱਧ ਰਹੇ ਹਾਂ ਅਸੀਂ। ਉਹ ਜਿਹੜੇ ਚ ਕੋਈ ਚੰਦ ਘਰਾਣੇ ਨੇ, ਤੁਸੀਂ ਚਾਹੇ ਉਹਨਾਂ ਨੂੰ ਜਿਵੇਂ ਤੁਸੀਂ ਤੁਹਾਡਾ ਇੰਪੋਰਟ ਐਕਸਪੋਰਟ ਚਾਹੇ ਤੁਹਾਡਾ ਜਿਹੜਾ ਉਹ ਸਾਰਾ ਲਗਭਗ ਵੇਚਤਾ। ਉਹ ਜਿਹੜੇ ਪੋਰਟਸ ਨੇ ਸਾਰੇ ਅਦਾਨੀ ਕੋਲ ਨੇ ਇਸ ਟਾਈਮ, ਜਾਂ ਜਿਹੜੇ 1-2 ਗਵਰਨਮੈਂਟ ਦੀਆਂ ਕੰਪਨੀਆਂ ਉਹਨਾਂ ਚ ਵੀ ਸ਼ੇਅਰ ਇਹਨਾਂ ਨੇ ਵੇਚਤੇ। ਜਿਹੜਾ ਇਸ ਤਰ੍ਹਾਂ ਦਾ ਇਹ ਸਿਸਟਮ ਵਰਤਾਰਾ ਹੋ ਰਿਹਾ, ਪਰ ਉਹ ਭੁਲੇਖਾ ਲੋਕਾਂ ਨੂੰ ਐ ਰੱਖਿਆ ਰਿਹਾ ਵੀ ਇਹ ਨਹੀਂ ਚੰਗੇ ਲਈ ਕਰ ਰਹੇ ਹਾਂ ਅਸੀਂ, ਵੀ ਦੇਸ਼ ਅੱਗੇ ਵੱਧ ਰਿਹਾ ਜੀ ਉਹਦੇ ਲਈ ਕਰ ਰਹੇ ਹਾਂ। ਜਿਵੇਂ ਤੇਲ ਦੀ ਗੱਲ ਕਰੀ, ਹੁਣ ਕਈ ਲੀਡਰਾਂ ਨੇ, ਸਰਕਾਰ ਦਿਆਂ ਨੇ ਉਹ ਕਹੀ ਗੱਲ ਅੱਗੇ ਜੀ ਇਹ ਤਾਂ ਦੇਸ਼ ਦੀ ਡਿਵੈਲਪਮੈਂਟ ਵਾਸਤੇ ਹੋ ਰਿਹਾ, ਤੁਸੀਂ ਸ਼ੇਅਰ ਪਾ ਰਹੇ ਹੋ ਕੁਝ ਜੇ ਤੇਲ ਵੱਧ ਰਿਹਾ ਤਾਂ। ਬਲਕਿ ਵੀ ਕਾਈਂਡ ਆਫ ਤੁਸੀਂ ਕਹਿ ਲਓ ਵੀ ਕਿਵੇਂ ਉਹਨਾਂ ਨੂੰ ਐਕਸਪਲੋਇਟ ਕੀਤਾ ਜਾ ਰਿਹਾ, ਕਿਵੇਂ ਘੁਮਾਇਆ ਜਾ ਰਿਹਾ, ਹਨਾ ਵੀ ਸਹੀ ਗੱਲ ਤਾਂ ਲੋਕਾਂ 'ਚ ਆਉਣ ਹੀ ਨਹੀਂ ਦਿੱਤੀ ਜਾ ਰਹੀ। ਜਿਵੇਂ ਤੁਸੀਂ ਡਾਕਟਰ ਸਾਹਿਬ ਇੱਕ ਆਪਾਂ ਤੁਸੀਂ ਦੂਜੀਆਂ ਸਟੇਟਾਂ ਐਜ਼ ਕੰਪੇਅਰ ਟੂ ਦੂਜੀਆਂ ਸਟੇਟਾਂ ਦੇ ਤੇ ਪੰਜਾਬ ਦਾ ਦੇਖੋਗੇ ਤੁਸੀਂ, ਪੰਜਾਬ ਦਾ ਜਿਹੜਾ ਅਨਇਵਨ ਡਿਸਟ੍ਰੀਬਿਊਸ਼ਨ ਹੈਗੀ ਆ, ਜਾਂ ਤੁਸੀਂ ਪਿੰਡਾਂ ਦਾ ਜਿਹੜਾ ਲਿਵਿੰਗ ਸਟੈਂਡਰਡ ਆ, ਜਾਂ ਉਹਨਾਂ ਦੀ ਰਿਸੋਰਸਿਸ ਦਾ ਡਿਸਟ੍ਰੀਬਿਊਸ਼ਨ ਹੈਗੀ ਆ, ਉਹ ਥੋੜੀ ਜਿਹੀ ਮੱਚ ਬੈਟਰ ਹੈਗੀ ਆ। ਐਟਲੀਸਟ ਕਹਿ ਲਓ ਗੱਲ ਵੀ ਲੋਕਾਂ ਦਾ ਮਲ ਨਿਊਟ੍ਰੀਸ਼ਨ ਜਾਂ ਹੋਰ ਉਹ ਚੀਜ਼ਾਂ ਹਨਾ ਹੈ ਨਹੀਂ, ਵੀ ਪੰਜਾਬ 'ਚ ਸੁਪਰ ਰਿਚ ਵੀ ਹੈ ਨਹੀਂਗੇ ਤੇ ਬਹੁਤ ਜ਼ਿਆਦਾ ਗਰੀਬੀ ਹੈ ਨਹੀਂਗੇ, ਵੀ ਇੱਕ ਐਵਰੇਜ ਐਜ਼ ਕੰਪੇਅਰ ਟੂ ਰੈਸਟ ਆਫ ਇੰਡੀਆ ਨਾ ਉਹ ਜ਼ਿਆਦਾ ਹੈਗੀ ਹੈ। ਜੇ ਤੁਸੀਂ ਦੂਜੀਆਂ ਸਟੇਟਾਂ 'ਚ ਜਾਓਗੇ, ਤੁਸੀਂ ਵੱਡੀਆਂ ਜਿਹੜੀ ਮਰਜ਼ੀ ਸਿਟੀ ਚੇਨਈ ਹੈ, ਬੰਬਈ ਆ, ਜਿਹੜੀ ਉਹ ਤੋਂ ਤੁਸੀਂ 50-60 ਕਿਲੋਮੀਟਰ ਤੁਸੀਂ ਅੱਗੇ ਜਾਓਗੇ, ਤੁਹਾਨੂੰ ਝੁੱਗੀਆਂ ਝੋਪੜੀਆਂ ਦਿਸਣਗੀਆਂ। ਅਨਇਵਨ ਡਿਸਟ੍ਰੀਬਿਊਸ਼ਨ ਜਿਹੜੀ ਹੈਗੀ ਆ ਉਹ ਬਹੁਤ ਵੱਡੀ ਘਾਟ ਹੈ। ਗੱਲ ਤੁਸੀਂ MSP ਦਾ ਜੇ ਹੁਣ ਲਾ ਲਓ, ਹੁਣ ਆਪਾਂ ਸਾਰੇ ਦੇਸ਼ 'ਚ ਗੱਲ ਚੱਲਦੀ ਵਿੱਚ ਜੇ ਪੰਜਾਬ ਹਰਿਆਣੇ ਵਾਲੇ ਕਿਉਂ ਆ ਰਹੇ ਨੇ, ਦੂਜੇ ਸੂਬਿਆਂ ਦੇ ਘੱਟ, ਹੁਣ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਵੀ ਬਈ MSP ਨਾਲ ਸਾਡਾ ਆਹ ਲਾਭ ਹੁੰਦਾ ਗਾ, ਵੀ ਇਹਦੇ ਨਾਲ ਸਾਡੀ ਇਹ ਚੀਜ਼ ਹੋ ਸਕਦੀ ਹੈ। ਗੱਲ ਵੀ ਇਹ ਵੀ ਸਾਡੀ ਅਸੀਂ ਤਾਂ ਫਸਲ, ਉਹਨਾਂ ਨੂੰ ਵਿਚਾਰਿਆਂ ਨੂੰ ਮਤਲਬ ਕਿ ਉਹ ਚੀਜ਼ ਦੀ ਸਮਝ ਹੀ ਨਹੀਂ ਹੈਗੀ ਗੱਲ, ਨਾ ਉੱਥੇ ਤੱਕ ਸਰਕਾਰ ਪ੍ਰਚਾਰ ਪਹੁੰਚਣ ਦਿੰਦੀ ਹੈ ਗੱਲ। ਇਹ ਬਦਕਿਸਮਤੀ ਹੈ ਗੱਲ ਵੀ ਚੰਗੇ ਬੰਦੇ ਨੂੰ ਅੱਗੇ ਦਿੱਤਾ ਜਾਂਦਾ, ਜਾਂ ਕਹਿ ਲਓ ਗੱਲ, ਜਾਂ ਇੱਕ ਸਿਆਣੇ ਕਹਿੰਦੇ ਆ ਵੀ ਜਿਹੜੀ ਬਦਮਾਸ਼ੀ ਦੀ ਆਖਰੀ ਪਨਾਹਗਾਰ ਉਹ ਰਾਜਨੀਤੀ ਹੁੰਦੀ ਹੈ, ਬਦਮਾਸ਼ ਬੰਦੇ। ਉਹ ਚੀਜ਼ ਬਣੀ ਪਈ ਆ ਹੁਣ ਗੱਲ। ਜਿੱਦੇ ਤੁਹਾਡੀ ਜਿਹੜੀ ਸੱਚਾਈ ਹੈ, ਸਰਕਾਰ ਨੂੰ ਮਾੜੀ ਜੀ ਖਤਰਾ ਲੱਗਣ ਲੱਗੀ, ਉਦੋਂ ਹੀ ਤੁਹਾਡੇ ਉਹਨਾਂ ਨੇ ਜਾਂ ਤਾਂ ਅੰਦਰ ਦੇ ਦੇਣਗੇ, ਜਾਂ ਤੁਹਾਨੂੰ ਮਾਰ ਦੇਣਗੇ, ਜਾਂ ਕੁਛ ਕਰ ਦੇਣਗੇ। ਕੀ ਕੁਛ ਹੋ ਰਿਹਾ ਆਪਾਂ ਦੇਖੀ ਜਾਂਦੇ ਹਾਂ। ਬੜੇ ਹਾਲਾਤ ਉਹ ਤਾਂ ਲੋਕਾਂ ਨੂੰ ਹੀ ਹੈਗਾ ਵੀ ਲੋਕ ਜਿੰਨੇ ਚਲੋ ਆਪਣੇ ਥੋੜੇ ਜਿਹੇ ਨਾਰਥ ਇੰਡੀਆ ਦੇ ਅਵੇਅਰ ਨੇ ਤੇ ਉਹ ਸੰਘਰਸ਼ ਕਰ ਰਹੇ ਨੇ। ਹੁਣ ਚਲੋ ਵੈਸਟਰਨ ਯੂਪੀ ਤੱਕ ਫੈਲ ਗਿਆ, ਰਾਜਸਥਾਨ ਤੱਕ ਫੈਲ ਗਿਆ, ਤੇ ਹੁਣ ਦੇਖੋ ਕਿਵੇਂ ਆਉਣ ਵਾਲਾ ਸਮਾਂ ਕਿੱਧਰ ਨੂੰ ਜਾਂਦਾ। ਧੰਨਵਾਦ ਅਮਰਜੀਤ ਸਿੰਘ ਜੀ, ਬਹੁਤ ਵਧੀਆ। ਸਾਨੂੰ ਖੁਸ਼ੀ ਆ ਕਿ ਤੁਸੀਂ ਲਗਾਤਾਰ ਇਸ ਨਾਲ ਜੁੜਦੇ ਰਹਿੰਦੇ ਹੋ, ਤੇ ਜਿਹੜਾ ਹੈਗਾ ਇਸ ਤਰ੍ਹਾਂ ਇਹ ਵੀਰ ਨੇ ਕਾਫੀ ਆਪਣੇ ਗਰੁੱਪ ਦੇ ਵਿੱਚ ਜਿਹੜੇ ਕਾਫੀ ਅਵੇਅਰ ਨੇ, ਤੇ ਅਸੀਂ ਚਿੰਤਾ ਪ੍ਰਗਟ ਕਰਦੇ ਰਹਿੰਦੇ ਆ ਸਾਰੇ ਵੀਰ ਆਪਣੇ ਆਪਣੇ ਤੌਰ ਤੇ। ਗਾਂ ਇਕੱਲਾ ਚਿੰਤਾ ਨਹੀਂ, ਹੱਲ ਵਾਲੇ ਪਾਸੇ ਵੀ ਲੱਗੇ ਹੋਏ ਆ। ਮਾਨ ਸਾਹਿਬ ਬਹੁਤ ਖੁਸ਼ੀ ਹੁੰਦੀ ਹੈ, ਮਾਨ ਸਾਹਿਬ ਲਗਾਤਾਰ ਹੀ ਕੰਮ ਇਹ ਵੀ ਸਮਰਪਿਤ ਹੋ ਕੇ ਲੱਗ ਗਏ ਨੇ। ਸੋ ਇਸ ਕਰਕੇ ਮੈਂ ਉਹਨਾਂ ਨੂੰ ਵਧਾਈਆਂ ਵੀ ਦਿੰਦਾ ਇਸ ਗੱਲ ਦੀਆਂ, ਕਿ ਧੰਨਵਾਦ ਆ ਜੀ ਤੁਹਾਡਾ। ਹਾਂਜੀ ਕੁਲਦੀਪ ਸਿੰਘ ਜੀ ਇੱਕ ਮਿੰਟ। ਹਾਂਜੀ ਹਾਂ ਡਾਕਟਰ ਸਾਹਿਬ, ਜਿਵੇਂ ਸੀਵਾਲ ਸਾਹਿਬ ਨੇ ਗੱਲ ਕੀ ਹੈ, ਇਸ ਸੰਬੰਧਿਤ ਗੱਲ ਇਹ ਬਣੀ ਹੋਈ ਹੈ ਵੀ ਇਸ ਟਾਈਮ ਆਪਾਂ ਨੂੰ ਲੋਕਤੰਤਰ ਤਾਂ ਆਪਣੇ ਦੇਸ਼ ਦੇ ਵਿੱਚ ਹੈ ਹੀ ਨਹੀਂ, ਕਹਿਣਾ ਹੀ ਨਹੀਂ ਚਾਹੀਦਾ ਵੀ ਇਹ ਲੋਕਤੰਤਰ ਹੈ। ਇਹ ਲੋਕਤੰਤਰ ਦੇ ਵਿੱਚ ਰਾਜਸ਼ਾਹੀ ਚੱਲ ਰਹੀ ਹੈ ਇਸ ਵੇਲੇ। ਲੋਕਤੰਤਰ ਤੋਂ ਤਾਂ ਆਪਾਂ ਘੁੱਸੇ ਪਏ ਹਾਂ ਬਿਲਕੁਲ, ਕਿਉਂਕਿ ਸਰਕਾਰ ਜਿਹੜੀ ਚੁਣੀ ਜਾਂਦੀ ਹੈ ਉਹ ਜਵਾਬਦੇਹ ਹੁੰਦੀ ਹੈ ਲੋਕਾਂ ਪ੍ਰਤੀ, ਪਰ ਇਹ ਸਰਕਾਰ ਜਵਾਬਦੇਹ ਹੈ ਹੀ ਨਹੀਂ। ਇਹ ਤਾਂ ਆਪਦੀ ਸੁਣਾਉਂਦੇ ਨੇ, ਇਹ ਤਾਂ ਮਨ ਕੀ ਬਾਤ ਸੁਣਾਉਂਦਾ ਪ੍ਰਧਾਨ ਮੰਤਰੀ, ਸੁਣਦਾ ਤਾਂ ਕਿਸੇ ਦੀ ਹੈ ਹੀ ਨਹੀਂ। ਇਸ ਕਰਕੇ ਇਹ ਕਹਿਣਾ ਵੀ ਇਹ ਲੋਕਤੰਤਰ ਹੈ, ਇਹ ਤਾਂ ਠੀਕ ਹੀ ਨਹੀਂ ਹੈਗਾ ਇਸ ਵੇਲੇ। ਤੇ ਇੱਕ ਮੈਂ ਗੱਲ ਹੋਰ ਕਰਨਾ ਚਾਹੁੰਦਾ ਵੀ ਜਿਹੜੇ ਧੀਰਾ ਪੁੱਤਰਾ ਜੀ ਨੇ, ਬੂਟਾ ਸਿੰਘ ਜੀ ਨੇ, ਇਸ ਵੇਲੇ ਜਾਣ ਦਾ ਜੋ ਟ੍ਰੈਂਡ ਹੈਗਾ ਬਹੁਤ ਹੀ ਮਤਲਬ ਜ਼ੋਰ ਸ਼ੋਰ ਨਾਲ ਚੱਲ ਰਿਹਾ ਇਸ ਵੇਲੇ ਆਪਣੇ, ਖਾਸ ਕਰਕੇ ਪੰਜਾਬ ਦੇ ਵਿੱਚ ਔਰ ਹੋਰ ਸੂਬਿਆਂ ਦੇ ਵਿੱਚ ਵੀ ਬੜੇ ਜ਼ੋਰ ਨਾਲ ਸਾਰੇ ਜਿਹੜੇ ਬਾਹਰ ਜਾ ਰਹੇ ਨੇ। ਇਹ ਮੁੱਦਾ ਆਪਣੇ ਅੱਜ ਦੇ ਮੁੱਦੇ ਨਾਲੋਂ ਵੱਖਰਾ ਹੈ, ਪਰ ਇਹਦੇ ਤੇ ਵੀ ਇੱਕ ਦਿਨ ਕਿਸੇ ਵੇਲੇ ਜਿਹੜਾ ਹੈਗਾ ਉਹ ਇੱਕ ਦਿਨ ਸਮਾਂ ਰੱਖ ਕੇ ਨਾ ਤੇ ਇਹਦੇ ਤੇ ਵੀ ਸਾਰਾ ਡਿਸਕਸ ਕੀਤਾ ਜਾਵੇ ਵੀ ਇਹ ਕੀ ਹੈਗਾ, ਕਿਉਂਕਿ ਆਪਣੇ ਖਾਸ ਕਰਕੇ ਪੰਜਾਬ ਦੇ ਫਿਊਚਰ ਨਾਲ ਬੜੀ ਉਹਦਾ ਆਪਣੇ ਭਵਿੱਖ ਤੇ ਕੀ ਅਸਰ ਪੈਣਾ ਹੈ, ਤੇ ਕੱਲ ਨੂੰ ਆਪਾਂ ਨੂੰ ਇਹਦਾ ਕੀ ਖਮਿਆਜੇ ਨੇ ਜਾਂ ਕੀ ਇਹਦੇ ਬੈਨੀਫਿਟ ਹੋਣਗੇ,
ਇਸ ਗੱਲ ਤੇ ਵੀ ਕਿਸੇ ਨੂੰ ਵਿਚਾਰ ਕੀਤੀ ਜਾਵੇ। ਮੇਰਾ ਜੀ ਜਸਵਿੰਦਰ ਸਿੰਘ ਜੀ, ਇੱਕ ਸਾਰੇ ਜਿਹੜੇ ਸਰੋਤੇ ਜੁੜੇ ਹੋਏ ਉਹਨਾਂ ਨੂੰ ਦੱਸ ਦਿਓ ਵੀ ਆਪਾਂ ਸ਼ਾਇਦ ਦਿਨ ਬੁੱਧਵਾਰ ਹੀ ਰੱਖ ਲਾਂਗੇ, ਤੇ ਉਹਨੂੰ ਬੂਟਾ ਸਿੰਘ ਜੀ ਆ ਜਿਹੜੇ ਉਹ ਚਲਾਇਆ ਕਰਨਗੇ ਪ੍ਰੋਗਰਾਮ ਸਾਰਾ। ਉਹਦੇ ਵਿੱਚ ਆਪਾਂ ਪੰਜਾਬ ਦੀ ਸੱਥ, ਸ਼ਾਇਦ ਬੂਟਾ ਸਿੰਘ ਜੀ ਇਹੀ ਨਾਮ ਆਪਾਂ ਸੋਚ ਰਹੇ ਸੀਗੇ, ਪੰਜਾਬ ਦੀ ਸਾਂਝੀ ਸੱਥ, ਇਸ ਤਰ੍ਹਾਂ ਦੇ ਨਾਮ ਦੇ ਥੱਲੇ ਆ ਪ੍ਰੋਗਰਾਮ ਚਲਾਇਆ ਕਰਾਂਗੇ। ਉਹ 'ਚ ਸੱਥਾਂ ਵਾਲੀਆਂ ਜਿਹੜੀਆਂ ਗੱਲਾਂ ਨੇ ਉਹ ਸਾਰੀਆਂ ਕੀਤੀਆਂ ਜਾਇਆ ਕਰਨਗੀਆਂ। ਬੂਟਾ ਸਿੰਘ ਜੀ 1 ਮਿੰਟ ਵਾਸਤੇ ਦੱਸ ਦਿਓ ਤੁਸੀਂ ਸੱਥ ਵਾਲੀ ਗੱਲ। ਬੁੱਧਵਾਰ ਦਾ ਹਾਂਜੀ, ਚਲੋ ਆਪਾਂ ਸਾਰੇ ਵੀਰਾਂ ਨਾਲ ਵਿਚਾਰ ਹੀ ਕਰਨਾ ਹੈ ਜੀ। ਡਾਕਟਰ ਚਿਮਨ ਲਾਲ ਵਸ਼ਿਸ਼ਟ ਜੀ ਨਾਲ ਵਿਚਾਰ ਹੋਇਆ ਸੀ ਹਾਂਜੀ ਕਿ ਆਪਾਂ ਇਹ ਚਾਹੁੰਦੇ ਸੀ ਵੀ ਜਿਵੇਂ ਆਪਾਂ ਪਿੰਡ ਵਾਲੇ ਸੱਥ 'ਚ ਅੱਜ ਵੀ ਬਹਿ ਕੇ ਗੱਲਾਂ ਕਰਦੇ ਨਾ, ਉਹਦੇ 'ਚ ਕੀ ਹੁੰਦਾ, ਖੁੱਲੀਆਂ ਗੱਲਾਂ ਹੀ ਹੁੰਦੀਆਂ ਨੇ, ਤੇ ਮਤਲਬ ਕਿਸੇ ਵਿਸ਼ੇ ਤੇ ਵੀ ਜਿਹੜੇ ਆਪਾਂ ਨੂੰ ਲੱਗਦਾ ਹੈ ਵੀ ਉਹਦੇ 'ਚ ਸਾਰੇ ਵੀਰ ਖੁੱਲ ਕੇ ਵਿਚਾਰ ਦੇਣ, ਤੇ ਉਹਦੇ 'ਚ ਕੋਈ ਟਾਈਮ ਦੀ ਕੋਈ ਲਿਮਿਟ ਨਾ ਹੋਵੇ, ਵੀ ਚਲੋ ਉਹਦੇ 'ਚ ਖੁੱਲਾ ਵੀ ਸਮਾਂ ਲਾਇਆ ਜਾ ਸਕਦਾ। ਤੇ ਬਾਕੀ ਦਾ ਸਾਰਿਆਂ ਨਾਲ ਰਾਏ ਕਰ ਲਓ, ਜੇ ਆਪਾਂ ਨੂੰ ਠੀਕ ਲੱਗੇ ਤਾਂ ਸਾਡੇ 3 ਦਿਨ ਆਪਣੇ ਖੇਤੀ ਦੇ ਹੁੰਦੇ ਆ ਨਾ, ਮੰਗਲ, ਬੁੱਧ ਤੇ ਵੀਰਵਾਰ। ਡਾਕਟਰ ਚਿਮਨ ਲਾਲ ਵਸ਼ਿਸ਼ਟ ਜੀ ਕਹਿੰਦੇ ਸੀ ਵੀ ਜੇ ਤਾਂ ਕੁਲਦੀਪ ਸਿੰਘ ਸ਼ਨੀ ਐਤਵਾਰ ਆਪਣੇ ਕੋਲੇ ਵਿਹਲਾ ਹੁੰਦਾ ਹੈ, ਉਹ ਸ਼ਨੀ ਐਤਵਾਰ ਤੁਸੀਂ ਰੱਖ ਸਕਦੇ ਜੇ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਫਿਰ ਆਪਾਂ ਸ਼ਨੀਵਾਰ ਰੱਖ ਲਈਏ, ਨਹੀਂ ਤਾਂ ਆਪਾਂ ਉਹਨਾਂ 2 ਦਿਨਾਂ ਚੋਂ ਆਪਾਂ 1 ਦਿਨ ਡਾਕਟਰ ਸਾਹਿਬ ਆਂਦੇ ਸੀ ਵੀ ਆਪਾਂ ਲੈ ਲਾਂਗੇ। ਅਸਲ ਤੇ ਸ਼ਨੀ ਉਹ ਮਿੰਦਰਵਤ ਜੀ ਕਹਿੰਦੇ ਸੀ 2 ਦਿਨ ਬਈ ਸਾਨੂੰ ਪ੍ਰੋਗਰਾਮ ਜਿਹੜਾ ਹੈਗਾ ਸ਼ਨੀ ਐਤਵਾਰ ਸ਼ਾਇਦ ਅਸੀਂ ਕਰ ਲਿਆ ਕਰੀਏ। ਸ਼ੁੱਕਰਵਾਰ ਦਾ ਫਿਰ ਆਪਾਂ ਅੱਗੇ ਡਾਕਟਰ ਸਾਹਿਬ ਦਾ ਸੀਗਾ, ਜਾਂ ਆਪਾਂ ਉਹ ਰੱਖ ਸਕਦੇ ਹਾਂ। ਡਾਕਟਰ ਸਾਹਿਬ ਇਹ ਅਮਰ ਸਿੰਘ ਜੀ ਸ਼ੁੱਕਰਵਾਰ ਕਰ ਲਈਏ ਜਾਂ ਸਾਂਝੀ ਸੱਥ, ਜਾਂ ਫਿਰ 3 ਦਿਨਾਂ ਚੋਂ ਖੇਤੀਬਾੜੀ ਚੋਂ 1 ਦਿਨ ਵੀ ਆਪਾਂ ਕਰ ਸਕਦੇ ਹਾਂ। ਬੂਟਾ ਚਲੋ ਆਪਾਂ ਰਾਇ ਕਰ ਲੈਂਦੇ ਹਾਂ ਅੱਜ ਉਹ। ਹਾਂ, ਉਹਦਾ ਕਾਰਨ ਮੈਂ ਇਹ ਦੱਸਣਾ ਚਾਹੁੰਦਾ, ਮੈਨੂੰ ਇਹ ਲੱਗਦਾ ਹੁੰਦਾ, ਮੈਂ ਅੱਜ ਵੀ ਆਪਦੇ ਪਿੰਡ ਦੀ ਸੱਥ 'ਚ ਜਦੋਂ ਮੌਕਾ ਮਿਲਦਾ ਜਾ ਕੇ ਬਹਿਣਾ, ਤੇ ਉਧਰੋਂ ਚਲੋ ਇੱਧਰ ਆਪਣੀਆਂ ਮੀਟਿੰਗਾਂ ਇੱਧਰ ਵੀ ਹੁੰਦੀਆਂ, ਸਾਰੀਆਂ ਗੱਲਾਂ ਬਾਤਾਂ ਆਪਾਂ ਕਰਦੇ, ਪਰ ਫਿਰ ਵੀ ਇਹ ਲੱਗਦਾ ਹੈ ਕਿ ਇਹ ਸਿੱਖਿਆ ਜਿਹੜੀ ਇਹ ਵੀ ਜ਼ਰੂਰੀ ਹੈ, ਪਰ ਜਿਹੜੀ ਗਰਾਊਂਡ ਲੈਵਲ ਤੇ ਹੈਗੀ ਨਾ, ਜਿਹੜੀ ਅਸੀਂ ਉਹਨੂੰ ਮਿੰਨੀ ਪਾਰਲੀਮੈਂਟ ਆਣੇ ਪਿੰਡ ਦੀ, ਵੀ ਜੋ ਅਸਲ ਦੇ ਵਿੱਚ ਉਹ ਲੋਕ ਕੀ ਸਮਝਦੇ ਆ, ਕੀ ਚਾਹੁੰਦੇ ਆ, ਕੀ ਹੁੰਦਾ, ਵੀ ਉਹਦੇ ਵਿੱਚ ਵੀ ਜਦੋਂ ਖੁੱਲੀਆਂ ਗੱਲਾਂ ਬਾਤਾਂ ਕਰਦੇ ਨੇ ਨਾ, ਉਹ ਆਮ ਲੋਕ ਕਰਦੇ ਨੇ ਖੁੱਲ ਕੇ, ਤੇ ਉਹਨਾਂ ਵਿੱਚੋਂ ਆਪਾਂ ਨੂੰ ਬੜਾ ਸਾਰਿਆਂ ਨੂੰ ਸਿੱਖਣ ਲਈ ਮਿਲਦਾ ਹੈ। ਚਲੋ ਆਪਾਂ ਰੱਖਦੇ ਹਾਂ ਜਿਹਦਾ ਰਣੇ ਆ। ਤੇ ਪਰਮਜੀਤ ਸਿੰਘ ਜੀ ਗੱਲ ਕਰਾਂ, ਆਪਾਂ ਫਿਰ ਸਮਾਪਤੀ ਵੱਲ ਵੱਧ ਰਹੇ ਹਾਂ। ਪਰਮਜੀਤ ਸਿੰਘ ਜੀ ਗੱਲ ਕਰਾਂ। ਹਾਂਜੀ ਤੁਸੀਂ ਰੇਂਜ 'ਚ ਆਓ ਜੀ, ਤੁਹਾਡੀ ਉਹ ਸਾਰੀਆਂ ਗੱਲਾਂ ਇੰਨੀਆਂ ਰੇਂਜ 'ਚ ਆਓ ਮਾੜਾ ਜਿਹਾ। ਹਾਂਜੀ, ਮੈਂ ਬਾਹਰ ਹੀ ਹਾਂ ਵੈਸੇ ਤਾਂ। ਹਾਂ ਚਲੋ ਹੁਣ ਠੀਕ ਹੈ ਜੀ। ਹਾਂਜੀ ਹਾਂਜੀ, ਵੀ ਇੱਕ ਤਾਂ ਪਹਿਲਾ ਸਵਾਲ ਤਾਂ ਇਹ ਸੀਗਾ ਵੀ ਜਿਹੜੇ ਦੇਸ਼ਾਂ ਪਾਪੂਲੇਸ਼ਨ ਕੀਤੀ ਜਾਂ ਘਟਾਈ ਆ, ਉਹੀ ਆਪਣੇ ਬੱਚਿਆਂ ਨੂੰ ਸੱਦ ਰਹੇ ਨੇ, ਉਹ ਸਾਨੂੰ ਕੰਮ ਲੇਬਰ ਚਾਹੀਦੀ ਹੈ। ਫਸੇ ਬੈਠੇ ਨੇ ਵੀ ਸਾਡੇ ਤਾਂ ਜਿਹੜਾ ਹੈਗਾ ਜਨਰੇਸ਼ਨ ਯੰਗ ਤੇ ਉਹ ਪ੍ਰੋਬਲਮ ਆਈ ਹੋਈ ਹੈ, ਵੀ ਇਹ ਤਾਂ ਅਪਰੂਵਡ ਹੈ ਗੱਲ। ਦੂਸਰਾ ਸੀਗਾ ਜਿਹੜੀ ਆਪਣਾ ਡੈਮੋਕ੍ਰੇਸੀ ਜੋ ਵਿਕਾਰ ਆਏ ਹੋਏ ਆ, ਇਹਦੀ ਜਿਹੜੀ ਹੋਣੀ ਹੈ ਤੋਂ ਗੁਲਾਮ ਕੌਮ ਸੀਗੀ, ਉਹ ਅਵੇਅਰਨੈਸ ਦੀ ਘਾਟ, ਤੇ ਪਰ ਇਹ ਹੁਣ ਡੈਮੋਕ੍ਰੇਸੀ ਦੇ ਵਿੱਚ ਜੋ ਸੁਣੀ ਨਹੀਂ ਜਾ ਰਹੀ ਕਿਸੇ ਦੀ ਗੱਲ, ਇਹਦੀ ਮੁਰੰਮਤ ਕਿਵੇਂ ਹੋਵੇ। ਮਤਲਬ ਇੱਕ ਤਾਂ ਇਹ ਸੀ ਡਾਕਟਰ ਸਾਹਿਬ ਨੂੰ ਸਵਾਲ। ਦੂਸਰਾ ਇਹ ਸੀ ਵੀ ਕਿੰਨੀਆਂ ਸੋਹਣੀਆਂ ਗੱਲਾਂ ਆਪਾਂ ਕਰਦੇ ਹਾਂ ਖੇਤੀਬਾੜੀ ਬਾਰੇ ਵੀ, ਐਜੂਕੇਸ਼ਨ ਬਾਰੇ ਵੀ, ਜਾਂ ਪੁਰਾਣੀਆਂ ਆਪਣੀਆਂ ਕਲਚਰ ਸਿਸਟਮ ਸੀ, ਕਿੰਨਾ ਵਧੀਆ ਰਹਿਣ ਸਹਿਣ ਜਾਂ ਕਿੱਤੇ ਦੀ ਸੀਗੀ, ਉਹਨੂੰ ਕਿਵੇਂ ਮਾਡਲ ਨੂੰ ਤਿਆਰ ਕੀਤਾ ਜਾਵੇ ਆਪਣੇ ਇਨ ਫਿਊਚਰ ਜਨਰੇਸ਼ਨ ਵਾਸਤੇ, ਵੀ ਸਾਨੂੰ ਉਹਦੀ ਲੋੜ ਹੀ ਨਾ ਪਵੇ ਦੂਜੇ ਢਾਂਚੇ ਦੀ। ਵੀ ਅਸੀਂ ਆਪਾਂ ਇੱਕ ਸ਼ੀਲਡ, ਜਿਵੇਂ ਚਾਈਨਾ ਨੇ ਬਹੁਤ ਸਾਲ ਆਪਣੇ ਆਪ ਨੂੰ ਅਲੱਗ ਰੱਖਿਆ ਵਰਲਡ ਤੋਂ, ਤੇ ਬੜਾ ਵਧੀਆ ਸਿਸਟਮ ਉਹਨਾਂ ਦਾ ਆਪਦਾ ਸੀਗਾ, ਉਹ ਆਂਦੇ ਸਾਨੂੰ ਕਿਸੇ ਦੀ ਲੋੜ ਨਹੀਂ ਹੈ, ਅਸੀਂ ਆਪਦਾ। ਹੁਣ ਵੀ ਉਹਨਾਂ ਨੇ ਨੈਟਵਰਕ ਦੇ ਵਿੱਚ ਆਪਦੇ ਆਪ ਨੂੰ ਬੰਦ ਰੱਖਿਆ ਕਾਫੀ ਪਾਸਿਓਂ, ਵੀ ਬਾਹਰਲੇ ਜਿਹੜਾ ਸਾਡੇ ਵਾਇਰਸ ਆ ਕੇ ਸਾਡਾ ਸਿਸਟਮ ਨਾ ਖਰਾਬ ਕਰਨ। ਤਾਂ ਆਪਾਂ ਨੂੰ ਵੀ ਇੱਕ ਆਪਣੇ ਖਿੱਤੇ ਨੂੰ ਬਚਾਉਣ ਲਈ ਸਾਡੀਆਂ ਜਿਹੜਾ ਲੋਕਲ ਜਿਹੜਾ ਸਾਡਾ ਸਿਸਟਮ ਆ, ਜਿਹੜਾ ਸਾਡਾ ਖਾਣ ਪੀਣ ਰਹਿਣ ਸਹਿਣ ਜਾਂ ਜਿਹੜੀਆਂ ਚੰਗੀਆਂ ਚੀਜ਼ਾਂ ਸੀ, ਜਾਂ ਪੀੜ੍ਹੀ ਦਰ ਪੀੜ੍ਹੀ ਜਿਹੜੀਆਂ ਸਾਨੂੰ ਮਿਲੀਆਂ ਹੋਈਆਂ ਸਕਿੱਲ ਆ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ ਦੁਕਾਨਦਾਰ ਉਹ ਬੱਚਾ ਆਪਦਾ ਛੱਡ ਕੇ ਹੋਰ ਪਾਸੇ ਨੂੰ ਹੋ ਗਿਆ, ਮਾਂ ਪਿਓ ਰੁਲੇ ਫਿਰਦੇ ਨੇ, ਉਹ ਸਾਰਾ ਚੀਜ਼ਾਂ ਨੂੰ ਇੱਕ ਸਟਰਕਚਰ ਦੇ ਰੂਪ ਚ ਲਿਆ ਕੇ ਉਹਨੂੰ ਕਿਵੇਂ ਆਪਾਂ ਉਹਨੂੰ ਮਾਡਲ ਨੂੰ ਬਣਾ ਸਕਦੇ ਆ, ਜਿਹੜਾ ਆਪਦਾ ਦੇਸੀ ਮਾਡਲ ਆ ਜਿਹੜਾ ਸਾਡੇ ਲਈ ਅਨੁਕੂਲ ਆ, ਜਿਹੜਾ ਆਪਣੇ। ਹਾਂਜੀ ਹਾਂਜੀ ਡਾਕਟਰ ਸਾਹਿਬ। ਡਾਕਟਰ ਸਾਹਿਬ ਤੁਸੀਂ ਅਨਮਿਊਟ। ਹਾਂਜੀ ਹਾਂਜੀ ਹਾਂਜੀ, ਆਪਣੇ ਗੱਲਾਂ ਹੁਣ ਕਾਫੀ ਲੰਬੀਆਂ ਹੋਈਆਂ ਮੇਰੇ ਖਿਆਲ ਚ। ਚਲੋ ਫਿਰ ਨੈਕਸਟ